सिमरो अंगद दुख अमरदास गुर जी हृदय श्री गुरु रामदास गुर अर्जन बिघ्नन बिघ्नन के श्री हर गोविंद शुभ सुमत श्री हर राय नमोकार श्री हरि कृष्ण तेग बहादुर जी परम श्री गुरु गोबिंद तरु तरा तर पुन बंदो बार बार जिसमें अमृत ज्ञान है श्री गुरु ग्रंथ साहिब उदध एक ओंकार सतगुरु वाहिगुरु जी की फतेह है। वाहिगुरु जी की सतनाम श्री वाहिगुरु जी। मम ईशा उर्म एही नह आय समेटव केही कश दर्ब न प्रिया मेरे जे मन मह लालच तेरे। वाहिगुरु जी का खालसा वाहिगुरु जी की फतेह। परम सत्कारयोग सतगुरां दी साजी नवाजी साध संगत जी ਵੱਡੇ ਭਾਗ ਹਨ ਜਿਨ੍ਹਾਂ ਨੂੰ ਸਾਈਂ ਦੀ ਸਾਹਿਬ ਦੀ ਚਾਕਰੀ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ। ਜਿਹਦੇ ਉੱਤੇ ਗੁਰੂ ਸਾਹਿਬ ਦੀ ਨਜ਼ਰ ਹੋਵੇ, ਕਿਰਪਾ ਹੋਵੇ, ਦਇਆ ਹੋਵੇ, ਬਖਸ਼ਿਸ਼ ਹੋਵੇ, ਉਹੀ ਪਿਆਰੇ ਦੀ ਬਾਤ ਸੁਣਦਾ ਹੈ। ਸੋ ਆਪ ਸੰਗਤਾਂ ਕਰਮ ਕੀਤੇ ਹਨ ਕਿਉਂਕਿ ਗੁਰੂ ਸਾਹਿਬ ਦੇ ਕੋਲ ਬੈਠਣ ਵਾਸਤੇ ਵੀ ਕਰਮਾਂ ਦੀ ਲੋੜ ਹੈ। ਜਿਸ ਤਰ੍ਹਾਂ ਧਰੂ ਪ੍ਰਹਿਲਾਦ ਦੋ ਭਗਤ ਨੇ। ਧਰੂ ਨੂੰ ਬਾਪੂ ਦੀ ਗੋਦੀ ਚੋਂ ਖਿੱਚ ਕੇ ਬਾਹਰ ਕੱਢ ਦਿੱਤਾ ਸੀ ਮਤਰੇਈ ਨੇ, ਤੇ ਉਹ ਰੋਂਦਾ ਹੋਇਆ ਆਪਣੀ ਮਾਂ ਕੋਲ ਗਿਆ ਤੇ ਆਪਣੀ ਮਾਂ ਨੂੰ ਕਹਿਣ ਲੱਗਾ, ਮਾਂ ਤੂੰ ਰਾਜੇ ਦੀ ਰਾਣੀ ਆ ਕਿ ਨੌਕਰਾਣੀ ਹੈ? ਉਹ ਕਹਿੰਦੀ ਬੇਟਾ ਰਾਣੀ ਹੈ। ਫਿਰ ਕਹਿੰਦੇ ਜਿੰਨਾ ਵੱਡੀ ਰਾਣੀ ਨੂੰ ਸਤਿਕਾਰ ਮਿਲਣਾ ਚਾਹੀਦਾ ਓਨਾ ਤੈਨੂੰ ਮਿਲਦਾ ਨਹੀਂ। ਉਹ ਜਿਹੜੀ ਛੋਟੀ ਵਾਲੀ ਹੈ ਨਾ ਉਹਦੇ ਆਖੇ ਲੱਗਦਾ ਰਾਜਾ। ਤੇ ਫਿਰ ਮੈਨੂੰ ਉਹਨੇ ਗੋਦੀ ਚੋਂ ਕੱਢਿਆ ਤੇ ਪਤਾ ਕੀ ਆਖਿਆ, ਕਹਿਣ ਲੱਗੀ ਜੇ ਇਸ ਗੋਦੀ 'ਚ ਬੈਠਣਾ ਨਾ ਤੇ ਤੈਨੂੰ
मेरे पेटों जन्म लैना पैना। कि मां तू राणी नहीं, ते मां ने आख्या सी, कहन लगी बेटा उन्हें मेरे नालों बंदगी ज्यादा की है। वेखो सियाणी मां ओहो जी हुंदी ते मंदे शब्द बोलदी, बददुआ दिंदी, ये गल भी कहंदी भी ये कौन हुंदी है, ये मर जावे, रुड़ जावे, खत्म हो जे। पर नहीं, ਜਿਹੜੇ ਬੰਦਕੀਵਾਨ ਰੂਹਾਂ ਹੁੰਦੀਆਂ ਉਹ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਜੀਤ, ਤੁਮਕੋ ਦੁੱਖ ਆਪਣਾ ਭਲਾ ਸਭ ਕਾਹੂ ਮੰਗਣਾ। ਧਰੂ ਦੇ ਮਾਤਾ ਜੀ ਸਤੋ ਗੁਣੀ ਨੇ। ਬੰਦਕੀ ਵਾਲੀ ਮੂਰਤ ਤਤੀ ਤਵੀ ਤੇ ਬਹਿ ਕੇ ਵੀ ਭਲਾ ਮੰਗਦੀ ਹੈ। ਬੰਦਕੀ ਵਾਲੀ ਰੂਹ ਆਰੇ ਤੇ ਚੜ੍ਹ ਕੇ ਵੀ ਭਲਾ ਮੰਗਦੀ ਹੈ। ਬੰਦਕੀ ਵਾਲੀ ਰੂਹ ਦੇਗ ਦੇ ਵਿੱਚ ਬਹਿ ਕੇ ਵੀ ਭਲਾ, ਬੰਦਗੀ ਵਾਲੀ ਰੂਹ ਚਰਖੜੀ ਤੇ ਚੜ੍ਹ ਕੇ ਵੀ ਭਲਾ ਮੰਗਦੀ ਹੈ। ਸਾਡੇ ਤੋਂ ਸੁੱਖਾਂ ਦੇ ਵਿੱਚ ਰਹਿੰਦਿਆਂ ਵੀ ਕਿਸੇ ਦਾ ਭਲਾ ਜਰਿਆ ਨਹੀਂ ਜਾਂਦਾ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਕਿਰਪਾ ਕਰਨਾ, ਦਇਆ ਕਰਨਾ। ਕਹਿਣ ਲੱਗੀ ਬੇਟਾ ਹੈਗੀ ਤਾਂ ਰਾਣੀ ਆ, ਪਰ ਉਹਦੀ ਬੰਦਗੀ ਮੇਰੇ ਨਾਲੋਂ ਵੱਧ ਹੈ। ਉਹਦੀ ਬੰਦਗੀ ਜ਼ਿਆਦਾ ਕਰਕੇ ਉਹਨੂੰ ਜ਼ਿਆਦਾ ਮਾਣ ਮਿਲਦਾ। ਵੇਖੋ ਸੋਚ, ਅੱਜ ਕੋਈ ਤਰੱਕੀ ਕਰੇ ਤੇ ਆਪਾਂ ਸੜੀ ਦਾ। ਕਦੇ ਆਪਣੇ ਮੂੰਹ 'ਚ ਇਹ ਸ਼ਬਦ ਨਿਕਲਿਆ ਵੀ ਇਹਦੀ ਕੋਈ ਪੁਰਾਣੀ ਭਗਤੀ ਆ, ਜਿਹੜਾ ਇਹਨੇ ਵਧੀਆ ਕੱਪੜੇ ਪਾਏ ਆ, ਵਧੀਆ ਗੱਡੀ 'ਚ ਹੈ, ਵਧੀਆ ਘਰ 'ਚ ਹੈ, ਇਹਦੇ ਬੱਚੇ ਨੇਕ ਨੇ, ਇਹ ਕਿਸੇ ਦੇ ਮੂੰਹ 'ਚੋਂ ਨਿਕਲੂ ਵੀ ਇਹਦੀ ਬੰਦਗੀ ਕੋਈ ਕੀਤੀ ਹੈ। ਨਹੀਂ ਤੇ ਬਹੁਤੇ ਆਪਾਂ ਵੇਖ ਕੇ ਦੁਖੀ ਹੋ ਜਾਈਦਾ। ਪਰ ਨਹੀਂ, ਸਤਿਗੁਰੂ ਮਹਾਰਾਜ ਵੀ ਕਹਿੰਦੇ ਹਨ, ਕਰਮੀ ਆਪੋ ਆਪਣੀ। ਕਰਮਾਂ ਕਰਕੇ ਨੇੜੇ ਦੂਰ ਹੋਇਆ ਜਾਂਦਾ। ਅੱਜ ਮਹਾਰਾਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਕਬੀਰ ਸਾਹਿਬ ਦੀ ਰਸਨਾ ਤੋਂ ਆਇਆ, ਬੜਾ ਸੁੰਦਰ ਹੀ। ਕਬੀਰ ਸਾਹਿਬ ਜੀ ਕਹਿੰਦੇ ਕਿਸੇ ਨੂੰ ਤੂੰ ਤਖਤਾਂ ਤੇ ਬਿਠਾਇਆ ਏ ਤੇ ਕਿਸੇ ਨੂੰ ਗਲੀ ਹੋਈ ਜੁੱਲੀ ਵੀ ਨਹੀਂ ਦਿੱਤੀ। ਤੋ ਇਸ ਕਰਕੇ ਗੁਰੂ ਮਹਾਰਾਜ ਦਇਆ ਦੇ ਸਾਗਰ, ਰਹਿਮਤ ਦੇ ਦਾਤੇ ਨੇ, ਉਹਦੀਆਂ ਖੇਡਾਂ ਨਿਆਰੀਆਂ ਨੇ, ਪਿਆਰੀਆਂ ਨੇ। ਤੋ ਮਹਾਰਾਜ ਜੀ ਦੀ ਬਖਸ਼ਿਸ਼ ਵਰਤ ਰਹੀ ਹੈ। ਉਸ ਮਹਾਂਪੁਰਖ ਦਾ ਜ਼ਿਕਰ ਹੋ ਰਿਹਾ, ਧਰੂ ਭਗਤ ਦਾ। ਮਾਂ ਨੂੰ ਕਹਿਣ ਲੱਗਾ, ਮਾਂ ਤੂੰ ਗੋਲੀ ਕੇ ਨੌਕਰਾਣੀ, ਤੂੰ ਰਾਣੀ ਕੇ ਨੌਕਰਾਣੀ। ਕਹਿਣ ਲੱਗੀ ਹੈ ਤਾਂ ਮੈਂ ਰਾਣੀ ਹਾਂ, ਪਰ ਮੇਰੀ ਬੰਦਗੀ ਥੋੜ੍ਹੀ ਹੈ ਪੁੱਤ। ਤਾਂ ਕਰਕੇ ਛੋਟੀ ਵਾਲੀ ਨੂੰ ਜ਼ਿਆਦਾ ਪਿਆਰ ਮਿਲਦਾ, ਕਿਉਂਕਿ ਉਹਦਾ ਤਾਪ ਤੇਜ਼ ਹੈ, ਉਹਦੀ ਬੰਦਗੀ ਜ਼ਿਆਦਾ ਏ। ਉਸ ਵੇਲੇ ਧਰੂ ਨੇ ਫੈਸਲਾ ਕਰ ਲਿਆ, ਕਹਿਣ ਲੱਗੇ ਲੈ ਫਿਰ ਮਾਂ ਆਪਾਂ ਉਹ ਬੰਦਗੀ ਪਹਿਲਾਂ ਕਰੀਏ, ਬਾਕੀ ਕੰਮ ਬਾਅਦ 'ਚ ਕਰਦੇ। ਤੇ ਬਾਣੀ ਵੀ ਕਹਿੰਦੀ, ਕਰ ਬੰਦੇ ਤੂੰ ਬੰਦਗੀ ਜਿਚਰ ਵਾਹਿਗੁਰੂ 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 ਵਾਹਿਗੁਰੂ। ਪਿਆਰ ਵਾਹਿਗੁਰੂ 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 ਵਾਹਿਗੁਰੂ
ते ऊंचा। सिमरन सब ते ऊंचा, प्रभु का सिमरन सब ते ऊंचा। प्रभु का सिमरन सब ते ऊंचा, प्रभु का सिमरन सब ते ऊंचा। सिमरन सब ते ऊंचा, प्रभु का सिमरन सब ते ऊंचा। प्रभु कै सिमरन उदरे मूचा, प्रभु कै सिमरन उदरे मूचा। सिमरन उदरे मूचा, प्रभु कै सिमरन उदरे मूचा। प्रभु कै सिमरन तृष्णा बुझै, प्रभु कै सिमरन तृष्णा बुझै। प्रभु कै सिमरन तृष्णा बुझै, प्रभु कै सिमरन तृष्णा बुझै। प्रभु कै सिमरन सब किछ सुझै, प्रभु कै सिमरन सब किछ सुझै। प्रभु कै सिमरन सब किछ सुझै, प्रभु कै सिमरन सब किछ सुझै। साध संगत जी, ਧੰਨ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਸਿਮਰਨ ਕਰਦਾ ਨਾ ਉੱਚਾ ਹੋ ਜਾਂਦਾ। ਤੇ ਆਪਾਂ ਨੂੰ ਕੋਈ ਸਾਹਿਬ ਕਹਿ ਕੇ ਬੁਲਾਉਂਦਾ ਸੀ ਦੱਸੋ? ਜਿੱਦਣ ਦੇ ਆਪਾਂ ਸੰਗਤ ਵਿੱਚ ਆਉਣੇ ਰਸਤੇ 'ਚ ਕੋਈ ਮਿਲਦਾ ਕਹਿੰਦੇ ਭਾਈ ਸਾਹਿਬ ਜੀ, ਸਾਹਿਬ ਸ਼ਬਦ ਲੱਗ ਗਿਆ। ਕਿਉਂਕਿ ਇੱਥੇ ਰੁਮਾਲਾ ਕੱਪੜਾ ਸੀ। ਜਦੋਂ ਮੇਰੇ ਸਾਈਂ ਦੇ ਕੋਲ ਆਇਆ ਤੇ ਰੁਮਾਲਾ ਸਾਹਿਬ ਬਣ ਗਿਆ। ਚੌਰ ਦੁਕਾਨ ਤੇ ਚੌਰ ਸੀ, ਜਦੋਂ ਸਾਈਂ ਦੇ ਉੱਪਰ ਝੁੱਲਿਆ ਸਾਹਿਬ ਬਣ ਗਿਆ। ਚੰਦੋਆ ਦੁਕਾਨ ਤੇ ਚੰਦੋਆ ਸੀ, ਜਦੋਂ ਸਤਿਗੁਰਾਂ ਦੇ ਉੱਪਰ ਤਣਿਆ ਚੰਦੋਆ। ਕਹਿੰਦੇ ਤੂੰ ਸੰਗਤ ਵਿੱਚ ਆ ਜਾ, ਲੱਖ ਚੋਰੀਆਂ ਜਾਰੀਆਂ ਠੱਗੀਆਂ ਬਹੁਤ ਕੁਝ ਕੀਤਾ ਹੋਵੇ, ਪਰ ਸੰਗਤ ਵਿੱਚ ਬਹਿ ਜਾ, ਗੁਰੂ ਤੈਨੂੰ ਵੀ ਸਹਿਬੀ ਦੇ ਦੇਗਾ। ਤੋ ਇਸ ਕਰਕੇ ਮਹਾਰਾਜ ਦੇ ਬਚਨ ਹੈ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਬੰਦੇ ਦੀ ਤ੍ਰਿਸ਼ਨਾ ਨਹੀਂ ਬੁਝਦੀ, ਮਰਨੀ ਮਰ ਜਾਂਦਾ। 2 ਅੱਗਾਂ ਇਹ ਸਾਧ ਸੰਗਤ ਵਿਦਵਾਨਾਂ ਨੇ ਮੰਨੀਆਂ ਜਿਹੜੀਆਂ, ਉੱਦਾਂ ਤਾਂ 4-5 ਅੱਗਾਂ ਨੇ, ਜਠਰ ਅਗਨੀ, ਬੜਵਾ ਅਗਨੀ, ਤੇ ਇਸ ਤਰ੍ਹਾਂ ਕਰਕੇ ਗਿਣਤੀ ਕੀਤੀ ਹੈ। ਪਰ ਇੱਥੇ 2 ਅੱਗਾਂ ਕਿਹੜੀਆਂ ਏ? ਇੱਕ ਸਿਵਿਆਂ ਦੀ ਅੱਗ, ਜਿਹੜੀ ਮਨੁੱਖ ਨੂੰ 5-6 ਘੰਟਿਆਂ 'ਚ ਸਵਾਹ ਦਿੰਦੀ ਹੈ। ਇੱਕ ਤ੍ਰਿਸ਼ਨਾ ਦੀ ਅੱਗ ਹੈ, ਜਿਹਨੂੰ ਗੁਰੂ ਅਮਰਦਾਸ ਜੀ ਆਨੰਦ ਸਾਹਿਬ 'ਚ ਕਹਿੰਦੇ ਲਿਵ ਛੁਟਕੀ ਲੱਗੀ। ਜਦੋਂ ਲਿਵ ਟੁੱਟ ਜਾਂਦੀ ਨਾ ਰੱਬ ਤੋਂ, ਉਦੋਂ ਬੰਦੇ ਨੂੰ ਤ੍ਰਿਸ਼ਨਾ ਚਿੰਬੜਦੀ। ਤ੍ਰਿਸ਼ਨਾ ਇਹ ਹੁੰਦੀ ਹੈ ਵੀ ਅੱਜ 50, ਕੱਲ੍ਹ ਨੂੰ 100, ਫਿਰ 200, ਅੱਜ ਤੁਰ ਕੇ ਕੱਲ੍ਹ ਨੂੰ ਸਾਈਕਲ, ਪਰਸੋਂ ਗੱਡੀ, ਅੱਜ ਇੱਕ ਕਮਰਾ, ਇੱਦਾਂ ਵੱਧਦੀ ਜਾਂਦੀ ਹੈ। ਤੇ ਬਾਣੀ ਕਹਿੰਦੀ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ। 2 ਅੱਗਾਂ ਏ, ਇੱਕ ਤ੍ਰਿਸ਼ਨਾ ਤੇ ਇੱਕ ਸਿਵੇ ਦੀ ਅੱਗ। ਸਿਵੇ ਵਾਲੀ ਅੱਗ 5-6 ਘੰਟੇ 'ਚ ਸਾੜਦੀ ਹੈ, ਤੇ ਜਿਹੜੀ ਤ੍ਰਿਸ਼ਨਾ ਆਉਂਦੀ ਹੈ ਇਹ 70-80 ਸਾਲ, ਜਿੰਨਾ ਚਿਰ ਆਪਣੀ ਜ਼ਿੰਦਗੀ ਆ। ਇਹ ਦਿਨੇ ਵੀ ਸਾੜਦੀ ਤੇ ਰਾਤ ਨੂੰ ਵੀ। ਹੁਣ ਕਈ ਬੰਦੇ ਗੁੰਮਸੁੰਮ ਰਹਿੰਦੇ ਆ, ਉਹਨਾਂ ਨੂੰ ਪੁੱਛੋ ਵੀ ਕਿਉਂ ਪਰੇਸ਼ਾਨ ਹੈ, ਪਹਿਲਾਂ ਦੱਸਣਗੇ ਨਹੀਂ, ਜਦੋਂ ਦੱਸਣਗੇ ਉਹਦੇ ਵਿੱਚੋਂ ਤ੍ਰਿਸ਼ਨਾ ਨਿਕਲੂਗੀ, ਅੱਖਾਂ 'ਚ ਜਾਲ ਆਊਗਾ, ਤ੍ਰਿਸ਼ਨਾ ਹੋਊਗੀ ਵੀ ਸਾਰਿਆਂ ਦਾ ਤਰੱਕੀ ਹੋ ਗਈ, ਮੇਰੀ ਨਹੀਂ ਹੋ ਰਹੀ, ਤ੍ਰਿਸ਼ਨਾ ਹੈ ਨਾ। ਤੋ ਇਸ ਕਰਕੇ ਮਾਰੇ ਕਹਿੰਦੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ। ਜਦੋਂ ਫਿਰ ਬੰਦਾ ਸਿਮਰਨ ਕਰਨ ਲੱਗ ਪੈਂਦਾ, ਬੰਦਗੀ ਨਾ, ਉਹਦੀ ਤ੍ਰਿਸ਼ਨਾ ਬੁਝ ਜਾਂਦੀ ਹੈ। ਜਿੱਦਾਂ ਇੱਕ ਫਕੀਰ ਦਰਖਤ ਦੇ ਥੱਲੇ ਨੰਗਾ ਬੰਦਗੀ ਕਰਦਾ, ਤੇ ਸਿਕੰਦਰ ਬਾਦਸ਼ਾਹ ਨੇ ਉਹਨੂੰ ਪੁੱਛਿਆ ਸੀ, ਕਹਿੰਦੇ ਇੱਥੇ ਬੈਠਾ ਏ, ਕੁਝ ਕਰ ਲਿਆ ਕਰ ਕੰਮ ਕਾਜ। ਤੇ ਉਹਨੇ ਤਾਂ 5-7 ਸਵਾਲ ਕੀਤੇ ਸੀ, ਕਈ ਵਾਰੀ ਆਪਾਂ ਸਾਖੀ ਸੁਣਾਈ ਹੈ। ਉਹਨੇ ਪੁੱਛਿਆ ਬਾਦਸ਼ਾਹ ਸਿਕੰਦਰ, ਕੰਮ ਕਰਕੇ ਕੀ ਹੋਊਗਾ? ਕਹਿੰਦਾ ਫਿਰ ਤੇ ਕੋ ਪੈਸੇ ਆਉਣਗੇ। ਕਹਿੰਦਾ ਫੇਰ ਕੀ ਹੋਊਗਾ? ਫਿਰ ਕਹਿੰਦਾ ਤੂੰ ਘਰ ਬਣਾਵੇਂਗਾ। ਕਹਿੰਦਾ ਫੇਰ ਕੀ ਹੋਊਗਾ? ਫਿਰ ਕਹਿੰਦਾ ਤੂੰ ਵਿਆਹ ਕਰਾਵੇਂਗਾ। ਕਹਿੰਦਾ ਫੇਰ ਕੀ ਹੋਊਗਾ? ਫਿਰ ਕਹਿੰਦਾ ਤੂੰ ਬੱਚੇ ਪੈਦਾ ਕਰੇਂਗਾ। ਕਹਿੰਦਾ ਫੇਰ ਕੀ ਹੋਊ? ਫਿਰ ਕਹਿੰਦਾ ਬੱਚਿਆਂ ਨੂੰ ਪੜ੍ਹਾਵੇਂਗਾ। ਕਹਿੰਦਾ ਫੇਰ ਕਹਿੰਦਾ ਨੌਕਰੀ ਤੇ ਲਵਾਵੇਂਗਾ। ਕਹਿੰਦਾ ਫੇਰ ਤੂੰ ਉਹਨਾਂ ਦੇ ਵਿਆਹ ਕਰੇਂਗਾ। ਕਹਿੰਦਾ ਫੇਰ, ਕਹਿੰਦਾ ਬਸ ਕਰ ਜਾ, ਕੀ ਫੇਰ? ਕਹਿੰਦਾ ਫੇਰ ਕੀ ਕਰਨਾ ਏ? ਫੇਰ ਉਹਨਾਂ ਦੇ ਘਰ ਪੋਤਰੇ ਹੋਣੇ, ਪੋਤੀਆਂ।
ਉਹਨਾਂ ਨੂੰ ਖਿਡਾਵੇਂਗਾ। ਕਹਿੰਦਾ ਫਿਰ ਕਹਿੰਦਾ ਤੂੰ ਮੰਜੀ ਤੇ ਆਰਾਮ ਨਾਲ ਸਾਰੇ ਟੱਬਰ 'ਚ ਬਵੇਂਗਾ। ਕਹਿੰਦਾ ਜਾ ਚਲਾ ਜਾ ਮੇਰੇ ਕੋਲ। ਇੰਨਾ ਵਕਤ ਕਰਕੇ ਫੇਰ ਵੀ ਸੁੱਖ ਲੈਣਾ ਤੇ ਆ ਜਿਹੜੇ 15 ਮਿੰਟ ਤੂੰ ਮੇਰੇ ਖਰਾਬ ਕੀਤੇ, ਮੈਂ ਤਾਂ ਪਹਿਲਾਂ ਹੀ ਸੁਖੀ ਸੀ। ਕਿਉਂਕਿ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਇੱਕ ਇੱਕ ਪੌੜੀ ਬੜੀ ਕੀਮਤੀ ਹੈ ਬਾਣੀ ਦੀ, ਭਿੱਜ ਕੇ ਚਿੱਥ ਕੇ ਪੜੀਏ। ਉਦਾਂ ਕਈ ਵਾਰੀ ਆਪਾਂ ਕਹਿੰਦਾ ਮੈਂ 5 ਪੜ੍ਹਦਾ ਸੁਖਮਨੀ ਸਾਹਿਬ 6 ਤੇਜ਼ੀ 'ਚ, ਪਰ ਇੱਕ ਇੱਕ ਪੰਕਤੀ ਰਸ ਵਾਲੀ ਆ। ਕਹਿੰਦੇ ਫਕੀਰ ਕਹਿੰਦਾ ਪ੍ਰਭ ਕੈ ਸਿਮਰਨ ਸਭ ਕੁਛ ਸੁਝੈ। ਹੁਣ ਆਪਾਂ ਇੱਥੇ ਕਥਾ ਸੁਣਦੇ, ਸਿਮਰਨ ਸੋਝੀ ਆਉਂਦੀ। ਸੋਝੀ ਕੀ ਆਉਂਦੀ ਹੈ ਕਿ ਆਪਾਂ ਕੌਣ ਆ, ਆਪਾਂ ਕਿੱਥੇ ਤੁਰੇ ਫਿਰਦੇ ਹਾਂ ਤੇ ਕਿੰਨੀ ਕੁ ਉਮਰ ਤੇ ਕਿੱਧਰ ਚਲੇ ਜਾਣਾ। ਤੇ ਜਦੋਂ ਸੋਝੀ ਆਉਣ ਲੱਗ ਪਈ ਤੇ ਜ਼ਿੰਦਗੀ ਜੀਣ ਦਾ ਆਨੰਦ ਆ ਜਾਊਗਾ। ਤੇ ਜਿੰਨਾ ਚਿਰ ਸੋਝੀ ਨਹੀਂ ਆਉਂਦੀ ਉਹਨਾਂ ਚਿਰ ਬੰਦਾ ਹਰ ਕਿਸੇ ਨਾਲ ਲੜੀ ਜਾਂਦਾ, ਇੱਕ ਦੂਜੇ ਦੀ ਚੁਗਲੀ ਕਰਦਾ, ਨਿੰਦਿਆ ਕਰਦਾ, ਬਖੀਲੀ, ਇਹਨਾਂ ਕੰਮਾਂ 'ਚ ਹੀ ਲੰਘ ਗਈ ਸਾਰੀ ਜ਼ਿੰਦਗੀ। ਤੋ ਇਸ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਛ। ਸਿਮਰਨ ਕਰਨ ਵਾਲੇ ਨੂੰ ਸੋਝੀ ਆਉਣ ਲੱਗ ਪੈਂਦੀ, ਉਹਨੂੰ ਐਟੋਮੈਟਿਕ ਹੀ ਅੰਦਰੋਂ ਇੱਦਾਂ ਦੇ ਫੁਰਨੇ ਆਉਂਦੇ ਆ, ਉਹ ਬੇਪਰਵਾਹ ਹੁੰਦਾ। ਸਿਕੰਦਰ ਦੇ ਸਾਹਮਣੇ ਫਕੀਰ ਕਹਿੰਦਾ ਭੱਜ ਜਾ ਇੱਥੋਂ, ਜਾਂ ਮੇਰਾ ਵਾਅਦਾ ਰਿਹਾ ਤੈਨੂੰ ਸੁੱਖ ਨਹੀਂ ਆਉਣਾ, ਤੜਫਦਾ ਮਰੇਂਗਾ, ਮੇਰੇ ਵਾਲਾ ਸੁੱਖ ਮੇਰੇ ਕੋਲ ਰਹਿਣ ਦੇ। ਮੈਂ ਇਸ ਵੇਲੇ ਸੁਖੀ ਹਾਂ, ਨਾ ਮੇਰਾ ਕੋਈ ਅੱਗਾ ਨਾ ਪਿੱਛਾ, ਨਾ ਘਰ ਨਾ ਮੇਰੇ ਕੋਲ ਮਾਇਆ, ਕੁਛ ਨਹੀਂ। ਇੱਦਾਂ ਹੀ ਮਾਂ ਜੰਮ ਗਈ ਸੀ, ਪਤਾ ਨਹੀਂ ਵਿਚਾਰੀ ਕਦੋਂ ਮਰ ਗਈ, ਕਿੰਨੇ ਪਾਲਿਆ। ਇਸ ਵੇਲੇ ਵੀ ਨੰਗੇ ਆ, ਉਦਣ ਵੀ ਨੰਗੇ ਸੀ ਤੇ ਜਾਣ ਲੱਗਿਆ ਵੀ ਨੰਗੇ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਉਸੇ ਵੇਲੇ ਅੱਖਾਂ ਬੰਦ ਕਰਕੇ ਫੇਰ ਸਿਮਰਨ ਕਰਨ ਲੱਗ ਪਏ, ਕਿਉਂਕਿ ਉਹਨਾਂ ਦੀ ਤ੍ਰਿਸ਼ਨਾ ਤੇ ਸਿਕੰਦਰ ਬਾਦਸ਼ਾਹ ਦੀ ਤ੍ਰਿਸ਼ਨਾ ਨੇ ਇੰਨਾ ਕੁ ਉਹਨੂੰ ਤੜਫਾਇਆ, ਪੂਰੀ ਦੁਨੀਆ ਜਿੱਤ ਲਈ ਉਹਨੇ। ਮੁਰਦਿਆਂ ਦੇ ਮੂੰਹ 'ਚੋਂ ਮਾਇਆ ਕਢਾ ਲਈ। ਪਰ ਜਦੋਂ ਆਖਰ ਵਾਪਸ ਜਾਂਦਾ ਸੀ ਨਾ, ਰਸਤੇ ਦੇ ਵਿੱਚ ਕੋਈ ਰੋਗ ਐਸਾ ਲੱਗ ਗਿਆ ਜਿੱਦਾਂ ਹੁਣ ਕਰੋਨਾ ਸੀ। ਉਸ ਰੋਗ ਦੇ ਨਾਲ ਯੂਨਾਨ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਉਹਦੀ ਮੌਤ ਹੋ ਗਈ। ਕਿਉਂਕਿ ਵਚਨ ਕੀਤਾ ਸੀ ਫਕੀਰ ਨੇ ਪਹਿਲਾਂ ਹੀ ਵੀ ਤੈਨੂੰ ਸੁੱਖ ਨਹੀਂ ਹੋਣਾ, ਤੂੰ ਤੜਫਦੇ ਚੱਲ ਜਾਣਾ। ਤੇ ਉਹ ਇੱਦਾਂ ਤੜਫਦਾ ਹੀ ਰਿਹਾ। ਦੁਨੀਆ ਜਿੱਤ ਲਈ ਪਰ ਉਹਨੂੰ ਨੀਂਦ ਨਹੀਂ ਆਈ। ਅਜੇ ਵੀ ਕਹਿੰਦਾ ਇਹਨੂੰ ਵੀ ਜਿੱਤ ਲਾਂ, ਇਹਨੂੰ ਵੀ ਜਿੱਤ ਲਾਂ, ਇਹਨੂੰ ਵੀ। ਬਸ ਇਹਨੂੰ ਤ੍ਰਿਸ਼ਨਾ ਦੀ ਅੱਗ ਕਹਿੰਦੇ ਆ, ਜਿਹੜੀ ਅੱਜ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸਾੜ ਰਹੀ। ਵਿੱਚੇ ਹੀ ਮੈਂ ਆ, ਕੋਈ ਬਾਬਾ, ਕੋਈ ਪੰਡਤ, ਕੋਈ ਕਾਜੀ, ਕੋਈ ਮੁੱਲਾ, ਕੋਈ ਨਹੀਂ ਇਸ ਅੱਗ ਤੋਂ ਬਚਿਆ। ਜੇ ਬਚਿਆ ਸੀ ਤੇ ਮੇਰਾ ਬਾਬਾ ਨਾਨਕ। ਤੇ ਅੱਜ ਮਹਿਤਾ ਕਲਿਆਣ ਦਾਸ ਜੀ ਨੂੰ ਵੀ ਤ੍ਰਿਸ਼ਨਾ ਲੱਗੀ ਹੈ, ਚਿੰਬੜੀ ਹੈ, ਥੋੜਾ ਥੋੜਾ ਖਾਣਾ ਚਾਹੁੰਦੀ ਹੈ, ਪਰ ਮੇਰੇ ਨਾਨਕ ਜੀ ਇਹਦੇ ਕਾਬੂ ਨਹੀਂ ਆ ਰਹੇ। ਉਹ ਪ੍ਰਸੰਗ ਚੱਲ ਰਿਹਾ ਹੈ। ਔਰ ਕਹਿੰਦੇ ਹਨ ਕਿ ਪ੍ਰੇਮ ਦੇ ਨਾਲ ਇੱਕ ਇੱਕ ਬੰਦ ਹੀ ਪੜੀ ਜਾਓ, ਨਿਮਰਤਾ 'ਚ ਸੌਖਾ ਰਵੇਗਾ। ਤੋ ਕਹਿਣ ਲੱਗੇ ਮਮ ਇੱਛਾ ਉਰ ਮੈਂ ਇਹੀ, ਕਹਿੰਦੇ ਮੇਰੇ ਦਿਲ ਦੀ ਵੀ ਇਹੋ ਇੱਛਾ ਹੈ। ਭਾਈ ਬਾਲਾ ਜੀ ਨੂੰ ਸੱਦਿਆ ਸੀ ਨਾ ਕੱਲ, ਵੀ ਤੇਰਾ ਵੀਰ ਹੈ ਨਾਨਕ, ਦੋਸਤ ਹੈ ਤੇਰਾ, ਤੇ ਤੂੰ ਸਮਝਾ ਦੇ ਕਿ ਮਾਇਆ ਬਚਾਇਆ ਕਰ, ਤ੍ਰਿਸ਼ਨਾ। ਪਰ ਬਾਲਾ ਜੀ ਨੇ ਕੱਲ ਆਪਾਂ ਕਥਾ ਸੁਣੀ ਵੀ ਅੱਗੋਂ ਕਿੱਦਾਂ ਦੇ ਜਵਾਬ ਦਿੱਤੇ ਕਿ ਮੈਂ ਨਹੀਂ ਗੁਰੂ ਨਾਨਕ ਨੂੰ ਨਾ ਕਰ ਸਕਦਾ, ਨਾ ਮੇਰੇ ਕੋਲੋਂ ਨਾ ਹੋਣੀ ਹੈ। ਇਸ ਕਰਕੇ ਬੜੇ ਪ੍ਰੇਮ ਦੇ ਨਾਲ, ਮੁਹੱਬਤ ਦੇ ਨਾਲ, ਕਿਰਪਾ ਦੇ ਨਾਲ ਆਪਾਂ ਇਹ ਸਾਰੀ ਕਥਾ ਸਰਵਣ ਕੀਤੀ ਹੈ, ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਜੀ ਆਪ ਰਹਿਮਤ ਦਾ ਮੀਂਹ ਪਾਉਂਦੇ ਨੇ। ਔਰ ਦਇਆ ਦੇ ਸਾਗਰ ਸਤਿਗੁਰੂ ਮਹਾਰਾਜ ਜੀ ਰਹਿਮਤ ਦੀ ਸੋਭਾ ਬਖਸ਼ਿਸ਼ ਵਿਖੇ। ਸੋ ਇੱਥੋਂ ਤੱਕ ਗੁਰੂ ਗਰੀਬ ਨਿਵਾਜ ਜੀ ਦੀ ਕਿਰਪਾ ਹੋਈ ਸੀ। ਬਾਅਦ ਵਿੱਚ ਫਿਰ ਬੇਬੇ ਜੀ ਜਦੋਂ ਤਿਆਰੀ ਕੀਤੀ ਹੈ, ਉਸ ਤਿਆਰੀ 'ਤੇ ਬੇਬੇ ਨੇ ਆਖਿਆ ਸੀ ਵੀ ਹੁਣ ਪਿਤਾ ਜੀ ਗੁੱਸੇ 'ਚ ਹੈ। ਇੱਥੋਂ ਤੱਕ ਪ੍ਰਸੰਗ ਹੋਇਆ ਸੀ ਵੀ ਕਿਤੇ ਦੁਖੀ ਨਾ ਚਲੇ ਜਾਣ, ਪਰ ਮੈਂ ਆਪਣੇ ਪਿਤਾ ਨੂੰ ਦੁਖੀ ਨਹੀਂ ਜਾਣ ਦੇਣਾ। ਇੱਕ ਸੱਚੀ ਪਿਆਰੀ ਧੀ ਦਾ ਫੈਸਲਾ ਹੁੰਦਾ ਮੇਰਾ ਮਾਂ ਪਿਓ। ਅੱਜ ਵੀ ਕਈ ਭੈਣਾਂ ਦੁਖੀ ਆ, ਪਰ ਛੇਤੀ ਕੀਤੇ ਆਪਣੇ ਮਾਂ ਪਿਓ ਨੂੰ ਨਹੀਂ ਦੱਸਦੀਆਂ ਕਿ ਇਹ ਤੇ ਅੱਗੇ ਹੌਕਿਆਂ ਦੇ ਮਾਰੇ ਆ। ਜਦੋਂ ਅੰਤ ਹੋ ਜੇ ਤੰਗ ਕਰਨ ਦਾ ਫਿਰ ਕਿਤੇ ਕਹਿੰਦੀਆਂ, ਨਹੀਂ ਤੇ ਛੇਤੀ ਕੀਤਿਆਂ ਨਹੀਂ ਵਿਚਾਰੀਆਂ ਵੀ ਉਹਨਾਂ ਨੂੰ ਮਸਾਂ ਤੇ ਅੱਗੇ ਸਾਨੂੰ ਤੋਰਿਆ। ਇਹ ਧੀਆਂ ਦਾ ਅੰਦਰ ਮਹਾਰਾਜ ਨੇ ਧਰਤੀ ਨੂੰ ਮਾਂ ਕਿਹਾ, ਤੇ ਮਾਂ ਦਾ ਦਰਜਾ ਧਰਤੀ ਨੂੰ ਪਤਾ ਕਿਉਂ ਦਿੱਤਾ?
ਸ਼ਲੋਕ ਦੇ ਵਿੱਚ ਮਾਤਾ ਧਰਤ, ਕਿ ਜਿਹੜੀ ਧਰਤੀ ਨੂੰ ਮਾਂ ਕਿਉਂ ਆਖਿਆ ਗਿਆ? ਕਹਿੰਦੇ ਮਾਂ ਦਾ ਹਿਰਦਾ ਇਦਾਂ ਦਾ ਵੀ ਬੱਚਾ ਹੋਣ ਲੱਗਾ, ਡਾਕਟਰਾਂ ਕਿਹਾ ਵੀ ਦੋਵਾਂ ਚੋਂ ਇੱਕ ਬਚਣਾ, ਕਿਹਨੂੰ ਬਚਾਈਏ? ਬੇਟਾ ਬਚਾਈਏ ਜਾਂ ਮਾਂ ਬਚਾਈਏ? ਉਸ ਵੇਲੇ ਕਾਗਜ਼ ਤੇ ਇੱਕ ਚਿੱਠੀ ਲਿਖੀ ਜਾਂਦੀ ਹੈ ਤੇ ਮਾਂ ਉੱਤੇ ਸਾਈਨ ਕਰਕੇ ਕਹਿੰਦੀ ਹੈ ਕਿ ਮੇਰਾ ਬੱਚਾ ਬਚਾ ਦਿਓ, ਮੈਂ ਮਰ ਜਾਵਾਂਗੀ। ਹਿਰਦਾ ਵੇਖੋ ਮਾਂ ਦਾ। ਮਾਂ ਨੂੰ ਘਰੋਂ ਕੱਢ ਦਿਓ, ਰੋਟੀ ਪਾਣੀ ਨਾ ਦਿਓ, ਧੱਕੇ ਮਾਰੋ, ਕੇਸ ਪੁੱਟ ਦਿਓ, ਪਰ ਮਾਂ ਰੋਂਦੀ ਵੀ ਕਹਿੰਦੀ ਤੁਹਾਡਾ ਵਿਹੜਾ ਵੱਸਦਾ ਰਵੇ, ਤੁਹਾਡਾ ਪੁੱਤ ਭਲਾ ਹੋਵੇ। ਕਦੇ ਨਹੀਂ ਮਾਂ। ਧਰਤੀ ਨੂੰ ਮਾਂ ਤਾਂ ਕਿਹਾ ਗਿਆ ਵੀ ਧਰਤੀ ਦੀ ਹਿੱਕ 'ਚ ਹਰ ਘਰ ਦੇ ਵਿੱਚ ਅੱਜ 400-500 ਫੁੱਟ ਬੋਰ ਆ, ਤੇ ਕਿੰਨੇ ਪੈਪ ਲੋਹੇ ਦੇ ਧਰਤੀ ਦੀ ਛਾਤੀ 'ਚ ਆਪਾਂ ਭੇਜੇ ਮਸ਼ੀਨ ਦੇ ਨਾਲ। ਇਹਨੂੰ ਮਾਂ ਕਿਹਾ ਨਾ ਨਾਨਕ ਜੀ ਨੇ। ਇਹਦੀ ਛਾਤੀ ਦੇ ਵਿੱਚ ਛੇਕ ਕਰਤਾ, ਵਰਮੇ ਵਾਲਾ ਬੋਰ ਹੁੰਦਾ, ਹੁਣ ਤਾਂ ਕਈ ਆ ਗਏ। ਇੰਨਾ ਡੂੰਘਾ ਛੇਕ ਕੀਤਾ, ਪਰ ਮਾਂ ਦੇ ਅੰਦਰੋਂ ਬਦਦੁਆ ਨਹੀਂ, ਠੰਡਾ ਪਾਣੀ ਨਿਕਲਿਆ। ਫਿਰ ਸਾਰੀ ਧਰਤੀ ਨੂੰ ਅਸੀਂ ਤਵੀਆਂ ਨਾਲ, ਹਲਾਂ ਨਾਲ ਵਗੈਰਾ ਵਗੈਰਾ, ਹੁਣ ਤਾਂ ਟੈਕਨੋਲੋਜੀ ਬਹੁਤ ਆ ਗਈ, ਵਲਟਾਵੇਂ ਆ ਗਏ। ਔਰ ਇੱਕ ਹੋਰ ਚੀਜ਼ ਹੈ ਵਰਮਾ, ਉਹ ਜਦੋਂ ਟਰੈਕਟਰ ਮਗਰ ਪਾਉਂਦਾ ਤੇ 5 ਫੁੱਟ ਧਰਤੀ ਦੇ ਵਿੱਚ ਜਾਂਦਾ ਉਹ, ਤੇ ਥੱਲੜੀ ਮਿੱਟੀ ਨੂੰ ਉੱਪਰ ਲਿਆਉਣ ਵਾਸਤੇ ਟੈਕਨੋਲੋਜੀ। ਤੇ ਮੈਂ ਕਹਿੰਦਾ ਹੈਰਾਨ ਹੈ, ਬਾਬੇ ਨੇ ਧਰਤੀ ਨੂੰ ਮਾਂ ਕਿਹਾ। ਕਹਿੰਦੇ ਧਰਤੀ ਤੇ ਲੋਕੀ ਛਾਤੀ ਪਾੜਤੀ ਹਲਾਣਾ, ਉੱਤੇ ਜ਼ਹਿਰ ਪਾਤਾ, ਖਾਤਾਂ ਸਪਰੇਆਂ ਜ਼ਹਿਰ ਹੀ ਹੈ। ਇੰਨਾ ਧੱਕਾ ਧਰਤੀ ਨਾਲ ਕੀਤਾ, ਪਰ ਫਿਰ ਵੀ ਟਰਾਲੀ ਭਰ ਕੇ ਤੁਹਾਨੂੰ ਅਨਾਜ ਦਿੱਤਾ। ਆਖੋ ਸਤਿਨਾਮ। ਇਹ ਆਪਾਂ ਨੂੰ ਪਤਾ ਵੀ ਆਪਾਂ ਧਰਤੀ ਨਾਲ ਕਿੰਨਾ ਧੱਕਾ ਕਰ ਰਹੇ ਹਾਂ, ਪਰ ਉਹ ਧਰਤੀ ਨੂੰ ਜ਼ਹਿਰ ਦੇਤਾ, ਹਲ ਦੇਤੇ, ਦੱਬ ਦਿੱਤਾ, ਪਰ ਉਹਨੇ ਫਿਰ 6 ਮਹੀਨੇ ਬਾਅਦ ਸੋਨਾ ਤੁਹਾਡੀ ਟਰਾਲੀ 'ਚ ਪਾਤਾ। ਤਾਂ ਕਰਕੇ ਇਹਨੂੰ ਮਾਂ ਕਹਿ ਗਏ ਗੁਰੂ ਨਾਨਕ ਸਾਹਿਬ। 2 ਮਾਵਾਂ ਨੇ ਬੰਦੇ ਦੀਆਂ, ਇੱਕ ਜਨਮ ਦਿੰਦੀ ਹੈ ਤੇ ਦੂਜੀ ਕਰਮਾਂ ਜਿਹੜੀ ਖਾ ਰਹੇ ਆਪਾਂ ਧਰਤੀ ਤੇ ਦਾਣਾ ਪਾਣੀ। ਤੋ ਇਸ ਕਰਕੇ ਬੇਬੇ ਜੀ ਨੇ ਪ੍ਰੇਮ ਦੇ ਨਾਲ ਫਿਰ ਬਚਨ ਕੀਤੇ। ਉਹ ਬਾਲਾ ਜੀ ਫਿਰ ਗੁਰੂ ਨਾਨਕ ਸਾਹਿਬ ਦੇ ਕੋਲ ਉਸ ਹੱਟ ਦੇ ਉੱਤੇ ਪਹੁੰਚ ਗਏ ਹਨ। ਚਰਨੇ ਕੀ ਕੀਨੀ ਤਿਆਰੀ ਸਮਝਾਵਤ ਬਹੁ ਪ੍ਰਕਾਰੀ। ਔਰ ਕਹਿੰਦੇ ਹਨ ਕਿ ਫਿਰ ਮਹਿਤਾ ਕਲਿਆਣ ਦਾਸ ਜੀ ਨੇ ਵਾਪਸ ਜਾਣ ਵਾਸਤੇ ਤਿਆਰੀ ਕੀਤੀ ਹੈ। ਪਹਿਲਾਂ ਨਾਨਕ ਨੂੰ ਸਮਝਾਇਆ, ਫਿਰ ਬੇਬੇ ਨਾਨਕੀ ਨੂੰ ਸਮਝਾਇਆ, ਫਿਰ ਜੈ ਰਾਮ ਜੀ ਨੂੰ ਕਿਹਾ, ਫਿਰ ਭਾਈ ਉੱਚੀ ਬੋਲੋ ਬਾਲਾ ਜੀ ਨੂੰ। ਕਿੰਨੇ ਜਾਣੇ ਹੋ ਗਏ? 4। 1 ਸਿੱਖ 2 ਸਾਧ ਸੰਗ 5 4 ਜਾਣਿਆਂ ਨੂੰ ਇਹ ਚੀਜ਼ ਕਹਿਣੀ ਚਾਹੀ ਵੀ ਨਾਨਕ ਨਖੱਟੂ ਹੈ, ਨਾਨਕ ਕਮਾਈ ਨਹੀਂ ਕਰਦਾ। ਤੇ 4 ਦੇ ਵੱਲੋਂ ਗੁਰੂ ਨਾਨਕ ਦੇ ਪਾਸੇ ਦੀ ਥਾਂ ਲਈ ਗਈ। ਤਾਂ ਕਰਕੇ ਕਹਿੰਦੇ ਸਭ ਤੇ ਵੱਡਾ ਸਤਿਗੁਰੂ ਨਾਨਕ। ਤੋ ਮਹਾਰਾਜ ਸਾਹਿਬ ਜੀ ਦੇ ਇਸ ਪ੍ਰਕਾਰ ਬਚਨ ਕਰਕੇ ਸਮਝਾਉਣਾ ਕੀਤਾ। ਔਰ ਇਸ ਤਰ੍ਹਾਂ ਕਰਕੇ ਜਦੋਂ ਫਿਰ ਇਹ ਬਚਨ ਚੱਲੇ ਤੇ ਤੁਰਨ ਲੱਗੇ, ਫਿਰ ਕਹਿੰਦੇ ਬੇਬੇ ਨੂੰ ਨਾਨਕੀ ਪੁੱਤਰ ਜਲਦੀ ਦੇ ਨਾਲ ਉਹਨੇ ਦੀ ਸਗਾਈ ਕਰ ਦਿਓ, ਹੁਣ ਕੋਈ ਦੇਰੀ ਨਾ ਕਰਿਓ, ਹੁਣ ਇੱਕੋ ਹੀ ਹੱਲ ਰਹਿ ਗਿਆ ਤਾਂ ਵਿਆਹ ਕਰੋ। ਕਹਿੰਦੇ ਵਿਆਹਿਆ ਗਿਆ। ਆਖੋ ਸਤਿਨਾਮ। ਇੱਕ ਪੰਜਾਬੀ ਦੀ ਕਹਾਵਤ ਹੈ ਵੀ ਨੋਟ ਤੜਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਸਾਰੇ ਨਹੀਂ ਵੈਸੇ, ਪਰ 95% ਇੱਦਾਂ ਹੀ ਹੈ। 5 ਵੱਜਦੇ ਆ, ਉਹ ਵੀ ਕਿਤੇ ਚੰਗਾ ਘਰ ਬਾਹਰ ਪੈਸਾ ਖੁੱਲ੍ਹਾ ਹੋਵੇ ਫਿਰ, ਨਹੀਂ ਤੇ ਔਖਾ ਹੀ ਹੈ, ਕਿਉਂਕਿ ਜ਼ਿੰਮੇਵਾਰੀ ਵੱਧ ਜਾਂਦੀ ਨਾ ਫਿਰ। ਤੋ ਇਸ ਕਰਕੇ ਉਸ ਵੇਲੇ ਫਿਰ ਬੇਬੇ ਨੇ ਹੁੰਗਾਰਾ ਭਰਿਆ ਵੀ ਇਹਨੇ ਇੱਦਾਂ ਨਹੀਂ ਸਮਝਣਾ, ਇਹਦਾ ਇੱਕੋ ਇਲਾਜ ਇਹਦਾ ਵਿਆਹ ਕਰ ਦਿਓ, ਆਪੇ ਘਰ ਵਾਲੀ ਆਊਗੀ, ਪਿਆਰ ਕਰੂ ਤੇ ਸਾਰੇ ਪੈਸੇ ਉਹਨੂੰ ਦਿਆ ਕਰੇਗਾ। ਇਸ ਅੱਜ ਵੀ ਆਪਾਂ ਘਰਾਂ 'ਚ ਬੱਚੇ ਵਿਗੜ ਜਾਣ ਕਹੀਦਾ ਇਹਨਾਂ ਦਾ ਵਿਆਹ ਕਰ ਦਿਓ, ਫਿਰ ਆਪੇ ਸਿਆਣੇ ਹੋ ਜਾਣਗੇ। ਤੋ ਇੱਧਰ ਮੇਰੇ ਰੱਬ ਜੀ ਦੇ ਵਿਆਹ ਦੀ ਬਾਤ ਪੈ ਰਹੀ। ਪਿਤਾ ਜੀ ਕਹਿੰਦੇ ਜਲਦੀ ਕਰੋ, ਹੁਣ ਦੇਰੀ ਨਾ ਕਰੋ। ਕਹਿਣ ਲੱਗੇ ਇਸ ਤਰ੍ਹਾਂ ਕਰਕੇ ਮੇਰਾ ਨਾਨਕ ਪਹਿਲੀ ਰੀਤੀ ਛੱਡ ਦੇਗਾ। ਭਾਵ ਜਿਹੜੇ ਇਹਦੇ ਵਿੱਚ ਔਗਣ ਹੈ ਨਾ, ਮਾੜੀਆਂ ਕੁਰੀਤੀਆਂ, ਹੁਣ ਹੈ ਤੇ ਗੁਰੂ ਸਾਹਿਬ ਗੁਣਾਂ ਦੇ ਖਜ਼ਾਨੇ, ਪਰ ਪਿਤਾ ਨੂੰ ਮਾਇਆ ਨਹੀਂ ਨਾ ਮਿਲ ਰਹੀ। ਤੇ ਅੱਜ ਵੀ ਸੰਗਤੇ ਜਿਹੜੇ ਰਾਗੀ ਨੂੰ, ਢਾਡੀ ਨੂੰ, ਕਥਾ ਵਾਲੇ ਨੂੰ ਮਾਇਆ ਖੁੱਲੀ ਮਿਲੇ ਤੇ ਆਪੇ ਸਿਫਤ ਕਰੀ ਜਾਣੀ।
ਉਹਨੇ ਆਪੇ ਕਹੀ ਜਾਣਾ, ਇਹਨਾਂ ਨੂੰ ਮਿਲੇ, ਇਹਨਾਂ ਦੇ ਘਰੇ ਗਏ, ਬੜਾ ਪਿਆਰ ਕੀਤਾ, ਬੜਾ ਇਹਨਾਂ, ਉਹ ਤਾਂ ਵਿੱਚ ਮਾਇਆ ਬੋਲਦੀ ਨਾ, ਜੇ ਨਾ ਕੁਝ ਦਿਓ ਤੇ ਵੇਖਿਓ ਮੂੰਹ ਤੇ 12 ਹੀ ਵਜੇ, ਗੱਲ ਹੀ ਨਹੀਂ ਕੋਈ ਆਉਂਦੀ। ਕਹਿੰਦੇ ਚੰਗਾ ਜੀ ਟਾਈਮ ਲੱਗਦਾ ਹੋ ਗਿਆ, 5 ਮਿੰਟ ਪਹਿਲਾਂ ਹੀ ਸਮਾਪਤੀ। ਤੇ ਜਦੋਂ ਕਿਸੇ ਚੰਗੇ ਮਿਲੇ ਹੁਣ, ਉਦੋਂ ਆਪ ਘਰ ਵਾਲੇ ਕਹਿੰਦੇ ਬਾਬਾ ਜੀ ਬੱਸ ਕਰ ਦਿਓ, ਕਹਿੰਦੇ 10 ਮਿੰਟ ਹੋਰ ਲਾ ਲਈਏ। ਇਸ ਕਰਕੇ ਪਰਸੂ ਪਰਸਿਆ ਪਰਸਰਾਮ, ਇਹ ਮਾਇਆ ਕੇ ਮਾਇਆ ਦੀਆਂ ਖੇਡਾਂ ਸਾਰੀਆਂ, ਰਿਸ਼ਤੇਦਾਰ ਮਾਇਆ ਦੇ, ਮਾਮੀਆਂ ਮਾਇਆ ਦੀਆਂ, ਮਾਸੀਆਂ ਮਾਇਆ ਦੀਆਂ, ਸਾਰੇ ਖੇਡ ਮਾਇਆ ਦੇ ਹੈ। ਤੇ ਜਿਹਦੇ ਕੋਲ ਹੈ ਨਹੀਂ ਉਹ ਕੱਖ ਦਾ ਨਹੀਂ, ਉਹਨੂੰ ਕੋਈ ਬੁਲਾਉਂਦਾ ਨਹੀਂ। ਤੇ ਇਸ ਕਰਕੇ ਪਿਤਾ ਜੀ ਕਹਿਣ ਲੱਗੇ ਵੀ ਹੁਣ ਇਹਨੂੰ ਵਿਆਹੀਏ। ਇਸ ਕਰਕੇ ਪਿਛਲੀ ਜਿਹੜੀ ਆਦਤ ਆ ਨਾ, ਹੌਲੀ ਹੌਲੀ ਛੱਡ ਦੇਵੇਗਾ। ਔਰ ਕਹਿੰਦੇ ਹਨ ਕਿ ਫਿਰ ਜਦੋਂ ਤੁਰ ਲੱਗੇ ਨੇ, ਉਸ ਵੇਲੇ ਆਪਣੇ ਜਵਾਈ ਜਜਮਾਨ ਭਾਈਆ ਜੈ ਰਾਮ ਜੀ, ਸਾਰੇ ਬੋਲਿਆ ਕਰੋ ਰਸਨਾ ਪਵਿੱਤਰ ਹੋ ਜਾਊਗੀ। ਇਹ ਰੂਹਾਂ ਸੀ ਜੀ, ਆਪਣੇ ਲਈ ਇਤਿਹਾਸ ਬਣਨਾ ਸੀ, ਉਹ ਕੋਈ ਦੁਨਿਆਵੀ ਨਹੀਂ ਸੀ। ਉਹ ਤਾਂ ਦੁਨੀਆ ਤੇ ਸਿਰਫ ਰੌਣਕ ਮੇਲਾ ਵੇਖਣ ਆਏ ਸੀ, ਗੰਮੀ ਰੂਹਾਂ ਸੀ। ਕਿਉਂਕਿ ਬਾਬੇ ਨਾਲ ਜਿੰਨੇ ਵੀ ਮਿਲੇ ਉਹ ਰੱਬੀ ਸੀ। ਲਾਲੋ ਵੀ ਪਿਛਲੇ ਜਨਮ ਦਾ ਸੀ, ਬੇਬੇ ਨਾਨਕੀ ਵੀ ਪਿਛਲੇ ਜਨਮਾਂ ਦੇ, ਮਰਦਾਨਾ ਵੀ ਪਿਛਲੇ ਦਾ, ਤੇ ਜਿਹੜੀ ਰਬਾਬ ਦੇਣ ਆਇਆ ਸੀ ਗੰਧਰਵ, ਉਹ ਵੀ ਪਿਛਲਾ ਹੀ ਸੀ। 3 ਦਿਨ ਲੱਭਦੇ ਰਹੇ ਭਾਈ ਮਰਦਾਨਾ ਜੀ, ਉਹ ਲੱਭਾ ਹੀ ਨਹੀਂ। ਜਦੋਂ ਵਾਪਸ ਆਉਣ ਲੱਗੇ ਤੇ ਆਪੇ ਆ ਕੇ ਕਹਿੰਦਾ ਭਾਈ ਕਿਹਨੂੰ ਲੱਭਦਾ ਏ? ਕਹਿੰਦੇ ਫਰੰਦਾ ਹੈਗਾ ਕੋਈ ਇੱਥੇ, ਕਹਿੰਦੇ ਦਾਸ ਹੀ ਹੈ। ਮੈਂ ਹੀ ਆ। ਕਹਿੰਦੇ ਕਿੱਥੋਂ ਨਿਕਲ ਆਇਆ? 3 ਦਿਨ ਹੋ ਗਏ, ਸਾਰੇ ਪਿੰਡ ਤੋਂ ਪੁੱਛਿਆ, ਕਹਿੰਦੇ ਇਸ ਨਾਂ ਦਾ ਕੋਈ ਬੰਦਾ ਹੀ ਨਹੀਂ ਇੱਥੇ ਰਹਿੰਦਾ। ਕਹਿੰਦੇ ਚੱਲ ਤੂੰ ਨਾਂ ਨੂੰ ਕੀ ਲੈਣਾ, ਤੈਨੂੰ ਰਬਾਬ ਚਾਹੀਦੀ ਹੈ ਨਾ। ਇਸ ਕਰਕੇ ਅੱਗੇ ਪ੍ਰਸੰਗ ਆਉਣੇ, ਸਾਰੀਆਂ ਖੇਡਾਂ ਉਹਦੀਆਂ ਰਚਾਈਆਂ ਹੋਈਆਂ ਨੇ। ਆਖੋ ਸਤਨਾਮ ਵਾਹਿਗੁਰੂ। ਇੱਕ ਵਾਰੀ ਪੜ੍ਹਿਓ, ਸ਼ਬਦ ਬੜੇ ਪਿਆਰੇ ਹੈ। ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ। ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ। ਕਈਆਂ ਨੂੰ ਤੂੰ ਸੁਖ ਹੀ ਦਿੱਤੇ, ਕਈਆਂ ਨੂੰ ਤੂੰ ਸੁਖ ਹੀ ਦਿੱਤੇ, ਕਿੰਨਿਆਂ ਨੂੰ ਲਾਈਆਂ ਏ ਬਿਮਾਰੀਆਂ, ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਮੇਰੇ ਕਈਆਂ ਨੂੰ ਤੂੰ ਬਸਤਰ ਦਿੱਤੇ, ਕਈਆਂ ਨੂੰ ਤੂੰ ਰੇਸ਼ਮ ਦਿੱਤੇ, ਥੱਲੇ ਵਿਛੀਆਂ ਨੇ ਕਈਆਂ ਦੇ ਪਰਾਲੀਆਂ, ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਮੇਰੇ ਤੇਰੀਆਂ ਮੇਰੇ ਨਾਨਕ ਜੀ, ਮੇਰੇ ਨਾਨਕ ਜੀ
ਸਾਧ ਸੰਗਤ ਦੀ ਖੇਡਾਂ ਏ ਜਿਹਨੂੰ ਮਹਾਰਾਜ ਕਹਿੰਦੇ ਜੀ ਜੰਤ ਸਭ ਤੇਰਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਆ ਜਿੰਨੇ ਆਪਾਂ ਸੰਜੋਗ ਹੀ ਹੈ, ਜਦੋਂ ਮੁੱਕ ਗਏ ਉਦੋਂ ਲੱਭਣਾ ਕਿਸੇ। ਇਸ ਕਰਕੇ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਜਾਣਾਏ। ਠੰਡ ਪੈਂਦੀ ਆ ਪੰਕਤੀਆਂ ਨੂੰ। ਆ ਜਿੰਨੇ ਤੁਸੀਂ ਬੈਠੇ ਕਾਹਤੋਂ ਆਏ ਜੇ? ਕਿਉਂਕਿ ਤੁਹਾਨੂੰ ਗੁਰੂ ਨੇ ਗਿਆਨ ਦਿੱਤਾ ਕਿ ਮੈਂ ਇਸ ਵੇਲੇ ਮਹਾਰਾਜ ਦੇ ਘਰ ਜਾਣਾ, ਸਵੇਰੇ ਵੀ ਜਾਣਾ, ਭਾਵੇਂ ਪਤੀਲੇ ਮੂਧੇ ਹੋ ਜਾਣ, ਦੁੱਧ ਰੁੜ ਜੇ ਘਿਓ, ਮੈਂ ਗੁਰੂ ਨਹੀਂ। ਫੇਰ ਪੜ ਲਓ, ਜਿਸ ਨੂੰ ਤੂੰ ਜਾਣਾਏ ਸੋਈ ਹਰ ਗੁਣ। ਕਹਿੰਦੇ ਜਿਹਦੀ ਜ਼ੁਬਾਨ ਚ ਸ਼ਬਦ ਧਾਰਨਾ ਬਾਣੀ ਨਿਕਲਦੀ, ਉਹ ਐਵੇਂ ਨਹੀਂ, ਉਹ ਤੂੰ ਆਪ ਕਢਾ ਰਿਹਾ। ਤੇ ਫਿਰ ਕਹਿੰਦੇ ਜਿਨ ਹਰ ਸੇਵਿਆ, ਮਾਰੇ ਕਹਿੰਦੇ ਜਪ ਲੋ ਜਪ, ਇਹ ਸੁੱਖ ਮਿਲੂਗਾ ਤੁਹਾਨੂੰ। ਕੋਈ ਵੀ ਕੰਮ ਕਰਦਾ ਉਹਦੀ ਲੇਬਰ ਦਿਹਾੜੀ ਮਿਲਦੀ, ਤੇ ਜਿਹੜਾ ਗੁਰੂ ਦੀ ਬੰਦਗੀ ਕਰਦਾ, ਮਾਰੇ ਕਹਿੰਦੇ ਜਿਨ ਸੇਵਿਆ ਸਹਿਜੇ ਹੀ ਕਹਿੰਦੇ ਲੱਗਾ ਰਹਿ, ਹੌਲੀ ਹੌਲੀ ਲੱਗਾ ਰਹਿ, ਇੱਕ ਦਿਨ ਤੇਰੇ ਅੰਦਰ ਸਮਾ ਜਾਣਾ, ਤੇਰਾ ਅੰਦਰ ਹੀ ਰਿਆ ਨਾ ਭਰ ਜਾਣਾ। ਮਾਰੇ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ, ਜੇਕ ਗੁਰ ਕੀ ਜਪਜੀ ਸਾਹਿਬ। ਮਾਰੇ ਕਹਿੰਦੇ ਇੱਕ ਸਿੱਖਿਆ ਗੁਰੂ ਦੀ ਕੋਈ ਸੁਣ ਲੇ ਨਾ ਬਹਿ ਕੇ, ਤੁਸੀਂ ਤਾਂ ਕਈ ਕਥਾ ਸੁਣਦੇ ਐ, ਇੱਕ ਗੁਰੂ ਦੀ ਸਿੱਖਿਆ ਕੋਈ ਸਿੱਖ ਸੁਣ ਲੇ ਤੇ ਉਹਦੀ ਮੱਤ ਵਿੱਚ ਰਤਨ ਜਵਾਹਰਾਤ ਵਰਗਾ ਰਸ ਪੈਦਾ ਹੁੰਦਾ। ਤੋ ਇਸ ਕਰਕੇ ਸਾਧ ਸੰਗਤ ਜੀ, ਮੇਰੇ ਨਾਨਕ ਜੀ ਦੇ ਬਾਬਤ ਪਿਤਾ ਜੀ ਕਹਿੰਦੇ ਪਿਛਲੀ ਰੀਤੀ ਭੁੱਲ ਜਾਵੇਗਾ। ਮੇਰਾ ਨਾਨਕ ਸੋ ਪੁਨ ਬਾਲਾ, ਬਾਜੇ ਚੱਲੇ ਕਹਿ ਚਰ ਕਰ ਚਾਲਾ। ਔਰ ਪ੍ਰੇਮ ਦੇ ਨਾਲ ਪੜੋ, ਕੋਈ ਨਿਕਾਲੀ ਨੇ, ਰਸ ਵਾਲਾ ਪ੍ਰਸੰਗ ਹੈ। ਮਿਲ ਨਾਨਕ ਸੋ ਪੁਨ ਬਾਲਾ, ਬਾਜੇ ਹਿਤ ਕਹਿ ਕਰ ਚਾਲਾ। ਔਰ ਕਹਿੰਦੇ ਹਨ ਕਿ ਇਸ ਤਰ੍ਹਾਂ ਪ੍ਰੇਮ ਦੇ ਨਾਲ ਨਾਨਕ ਜੀ ਨੂੰ ਭਾਈ ਬਾਲਾ ਜੀ ਮਿਲੇ ਹਨ। ਨਿਜ ਕਾਲ ਭਉਣ ਸਦਾਇਆ, ਗੁਰੂ ਨਾਨਕ ਕਾਰ ਚਲਾਇਆ। ਕਹਿੰਦੇ ਇੱਧਰ ਬਾਲਾ ਜੀ ਹੱਟ ਤੇ ਪਹੁੰਚ ਗਏ, ਨਾਨਕ ਜੀ ਹੱਸ ਪਏ, ਕਹਿੰਦੇ ਆ ਗਏ ਹੋ? ਬਾਪੂ ਕਿੱਥੇ ਹੈ? ਕਹਿੰਦੇ ਬਾਪੂ ਚਲੇ ਗਿਆ ਰਾਏ ਭੋਏ ਦੀ ਤਲਵੰਡੀ। ਰੱਬ ਜੀ ਵੀ ਮਜ਼ਾਕ ਕਰਦੇ ਆ ਨਾ, ਬਿਨਾਂ ਯਾਰ ਦੇ ਕਦੇ ਨਹੀਂ ਰੱਬ ਰਹਿੰਦਾ, ਅਸੀਂ ਕਿੱਦਾਂ ਰਹਿ ਸਕਦੇ? ਤੇ ਮਹਾਰਾਜ ਜੀ ਕਹਿੰਦੇ ਬਾਲਾ ਜੀ ਚਲੇ ਗਏ, ਬਾਪੂ ਜੀ ਹੱਸ ਕੇ ਗਏ ਕਿ ਗਰਮ ਸੀ? ਕਹਿੰਦੇ ਤੈਨੂੰ ਤੇ ਪਤਾ ਨਾਨਕ ਉਹ ਮਾਇਆ ਨਾਲ ਪਿਆਰ ਕਰਦਾ, ਤੇ ਜੇ ਉਹਨੂੰ ਦੇ ਦਿੰਦਾ 2-4 ਹਜ਼ਾਰ ਤੇ ਆਪੇ ਖੁਸ਼ ਹੁੰਦਾ, ਤੂੰ ਤਾਂ ਪੰਜੀ ਨਹੀਂ ਦਿੱਤੀ। ਤੇ ਸੰਗਤੇ ਜਿਨ੍ਹਾਂ ਦੇ ਬੱਚੇ ਬਾਹਰ ਜਾ ਕੇ ਭੇਜਦੇ, ਉਹ ਮਾਂ ਪਿਓ ਕਹਿੰਦਾ ਬਾਬਾ ਜੀ ਵੱਡੀ ਉਮਰ ਦੀ ਅਰਦਾਸ। ਤੇ ਜਿਨ੍ਹਾਂ ਦੇ ਇੱਥੇ ਉਹਨਾਂ ਨੇ ਪਹਿਲੀ ਵੀ ਗਵਾਤੀ, ਉਹ ਆਪ ਕਹਿੰਦੇ ਤੂੰ ਕਿਤੇ ਮਰ ਜੇ ਤਾਂ ਚੰਗਾ ਹੀ ਆ। ਕਬੀਰ ਦੀ ਮਾਂ ਨੇ ਵੀ ਆਖਿਆ ਸੀ ਕਿਤੇ, ਕਹਿੰਦੀ ਸੁਣੋ ਦਰਾਨੀ ਸੁਣੋ ਜਠਾਣੀ, ਅਚਰਜ ਏਕ ਭਇਓ, ਸਾਤ ਸੂਤਨ ਮੁੰਡੀਆਂ ਖੋਏ, ਮੁੰਡਿਆ ਕਿਉਂ ਨਾ ਮੋਏ। ਇਹ ਮੁੰਡਾ ਮਾਰੀ ਜਾਂਦਾ ਕਿਤੇ ਭੈਣੋ, ਇਹ ਤੇ ਕਮਾਈ ਨਹੀਂ ਕਰਦਾ, ਸਭ ਪੈਸੇ ਦੇ ਆ, ਕੋਈ ਕਿਸੇ ਦਾ ਮਾਂ ਨਹੀਂ, ਪਿਓ ਨਹੀਂ, ਕੋਈ ਪੁੱਤ ਧੀ ਨਹੀਂ। ਲਿਖ ਕੇ ਲੈ ਲਓ ਕਾਗਜ਼ ਤੇ, ਜੇ ਤੇ ਤੁਸੀਂ ਕਮਾਈ ਕਰਦੇ ਜੇ ਤੇ ਰਿਸ਼ਤਾ ਜੇ ਨਹੀਂ ਕਰਦੇ ਤੇ ਇੱਕ ਮਾਂ ਹੀ ਆ ਜਿਹਦੇ ਵੱਲੋਂ ਮੂੰਹ ਨਹੀਂ ਮੁੜਦਾ, ਨਹੀਂ ਤੇ ਬਾਕੀ ਸਾਰੇ ਬਦਲ ਜਾਂਦੇ। ਮਾਂ ਹੈ ਹੀ ਇੱਦਾਂ ਦੀ, ਮਰ ਤੇ ਭਾਵੇਂ ਜਾਵੇ, ਇਹਨੇ ਨਹੀਂ ਕਦੀ ਬੱਚੇ ਨੂੰ ਮਾੜਾ। ਬਾਪੂ ਕੱਢ ਵੀ ਦੇਵੇ ਤਾਂ ਵੀ ਰਾਤ ਨੂੰ ਸੁੱਤਿਆਂ ਤੋਂ ਉੱਠ ਕੇ ਕਹਿੰਦੀ ਹੁਣ ਸੌਂ ਗਿਆ, ਆ ਜਾ ਰੋਟੀ ਖਵਾ ਦਾਂ। ਇਹਦੇ ਉੱਠਿਆ, ਹੁਣ ਪਿਓ ਵੀ ਸੌਂ ਗਿਆ, ਸਾਰੇ ਭੁੱਖਾ ਕਿੱਦਾਂ ਅੰਦਰਾਂ ਤੇਰੀਆਂ ਸੜਦੀਆਂ, ਰਾਤ ਦੇ 1-1 ਵਜੇ ਠਾ ਕੇ ਵੀ ਰੋਟੀ ਖਵਾਉਂਦੀ ਮਾਂ। ਤੇ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਾਲਾ ਜੀ ਬਾਪੂ ਜੀ ਦਾ ਕੀ ਹਾਲ ਹੈ? ਬਾਲਾ ਜੀ ਕਹਿੰਦੇ ਉਹ ਤਾਂ ਚਲੇ ਗਏ ਵਾਪਸ ਪਿੰਡ ਨੂੰ। ਇਹ ਬਚਨ ਸੁਣ ਕੇ ਫਿਰ ਮਹਾਰਾਜ ਜੀ ਆਪਣੇ ਮੋਦੀ ਖਾਨੇ ਦੇ ਕਾਰ ਵਿੱਚ ਲੱਗ ਗਏ। ਕਹਿੰਦੇ ਮਹਾਰਾਜ ਨੇ 1% ਵੀ ਫਰਕ ਨਹੀਂ ਪਾਇਆ ਕਿ ਬਾਪੂ ਝਿੜਕਾਂ ਮਾਰ ਕੇ ਗਿਆ, ਕੌੜੇ ਸ਼ਬਦ ਬੋਲ ਕੇ ਗਿਆ ਵੀ ਤੂੰ ਸੇਵਾ ਨਹੀਂ ਕਰਨੀ, ਕਿਸੇ ਨੂੰ ਪੈਸਾ ਨਹੀਂ ਦੇਣਾ, ਲੰਗਰ ਨਹੀਂ ਛਕਾਉਣਾ। ਪਰ ਕਹਿੰਦੇ ਮਹਾਰਾਜ ਨੇ ਇੱਧਰੋਂ ਸੁਣੀ ਤੇ ਇੱਧਰ ਦੀ ਕੱਢ ਦਿੱਤੀ। ਫਿਰ ਜਿਸ ਤਰ੍ਹਾਂ ਪਹਿਲੀ ਤਰ੍ਹਾਂ ਮਹਾਰਾਜ ਜੀ ਆਪਣਾ ਦਸਵੰਧ
ਆਪਣੀ ਮੌਜ ਦੇ ਵਿੱਚ ਵਰਤਾਉਂਦੇ ਉਸੇ ਤਰ੍ਹਾਂ ਹੀ ਚੱਲਣਾ ਕੀਤਾ। ਇਹ ਆਸਣ ਵੈਸਣ ਸਭ ਥਾਈ ਘਰ ਛੂਛਾ ਕੋ ਨ ਪਠਾਈ। ਔਰ ਕਹਿੰਦੇ ਫਿਰ ਮਹਾਰਾਜ ਜੀ ਗਰੀਬ ਤੋਂ ਗਰੀਬ ਨੂੰ ਵੀ ਸੋਹਣੀ ਜਗ੍ਹਾ ਤੇ ਬਿਠਾਉਂਦੇ, ਜੀ ਆਇਆਂ ਕਹਿੰਦੇ, ਨਾਲੇ ਜਲ ਪਾਣੀ ਛਕਾਉਂਦੇ, ਨਾਲੇ ਫਿਰ ਉਹਨਾਂ ਦੀ ਜ਼ਰੂਰਤ ਪੂਰੀ ਕਰਦੇ। ਮੇਰੇ ਮਾਲਕ ਨੂੰ ਕੋਈ ਨਹੀਂ ਬਦਲ ਸਕਦਾ ਜੀ, ਕਿਉਂਕਿ ਉਹਦੇ ਹੁਕਮ 'ਚ ਤਾਂ ਪੱਤੇ ਵੀ ਹਿਲਦੇ, ਹਵਾ ਚੱਲਦੀ, ਸੂਰਜ ਚੜ੍ਹਦਾ। ਜਿਹਨੂੰ ਆਸਾ ਦੀ ਵਾਰ 'ਚ ਮਾਰੇ ਕਹਿੰਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ। ਸਾਰਾ ਕੁਝ ਰੱਬ ਦੇ ਭੈ ਦੇ ਵਿੱਚ ਹੈ ਤੇ ਬੰਦਾ ਵੀ। ਅੱਜ ਮਹਾਰਾਜ ਚਾਹਵੇ ਤੇ ਕਦਮ ਨਹੀਂ ਪੁੱਟ ਸਕਦੇ। ਆਪਣਾ ਇੱਕੋ ਪੈਰ ਹੈ ਧਰਤੀ ਤੇ, ਤੁਸੀਂ ਕਹੋਗੇ ਜੀ ਦੋ ਆ। ਜਦੋਂ ਵੀ ਬੰਦਾ ਤੁਰਦਾ ਇੱਕ ਪੈਰ ਰੱਖਦਾ ਦੂਜਾ ਚੁੱਕਦਾ। ਔਰ ਕਹਿੰਦੇ ਦੂਜਾ ਪੈਰ ਰੱਖਣਾ ਮਿਲਣਾ ਕਿ ਨਹੀਂ ਇਹ ਉਹਨੂੰ ਪਤਾ, ਆਪਾਂ ਨੂੰ ਕੋਈ ਨਹੀਂ ਪਤਾ। ਹੁਣ ਜਦੋਂ ਬੰਦਾ ਡਿੱਗਦਾ ਕੁਝ ਹੁੰਦਾ ਅਟੈਕ ਵਗੈਰਾ ਤੇ ਉੱਥੇ ਹੀ ਡਿੱਗ ਪੈਂਦਾ। ਤੋ ਇਸ ਕਰਕੇ ਕਹਿੰਦੇ ਨੱਕ ਨੱਥ ਕਿਰਤ ਧੱਕੇ, ਕਿਰਤ ਬਦਲੇ ਬੰਦਾ ਦੇਸ਼ਾਂ ਵਿਦੇਸ਼ਾਂ 'ਚ ਤੁਰਿਆ ਫਿਰਦਾ। ਹੁਣ ਕਈ ਵਿਚਾਰਿਆਂ ਨੂੰ ਚਲੇ ਜਾਂਦੇ ਪਰ ਪੇਟੀ 'ਚ ਹੀ ਆਉਂਦੇ, ਸੁੱਖੀ ਸੰਦੀ ਨਹੀਂ ਵੀ ਆਇਆ ਜਾਂਦਾ। ਇਹ ਤੇ ਉਹਦੀਆਂ ਖੇਡਾਂ ਵਾ ਵੀ ਜਿੱਥੇ ਜਿੱਥੇ ਲਿਖਿਆ ਉੱਥੇ ਉੱਥੇ ਜਾਣਾ ਪਵੇਗਾ। ਔਰ ਕਹਿੰਦੇ ਮੇਰੇ ਨਾਨਕ ਜੀ ਦੀ ਘਰ ਘਰ ਬਾਤ ਪੈ ਰਹੀ ਹੈ, ਸਾਰੇ ਪਾਸੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਿੱਧਰ ਵੀ ਵੇਖੋ ਧੰਨ ਧੰਨ ਹੀ ਹੋ ਰਹੀ ਹੈ। ਮਹਾਰਾਜ ਜੀ ਸਾਰਿਆਂ ਨੂੰ ਦੇ ਰਹੇ। ਅੱਜ ਵੀ ਸੰਗਤੇ ਕਿਸੇ ਗਰੀਬ ਦੀ ਲੋੜ ਪੂਰੀ ਕਰ ਦਿਓ, ਸਾਰੀ ਰਾਤ ਦਿਨੇ ਧੰਨ ਹੀ ਕਹੀ ਜਾਓ। ਤੁਸੀਂ ਆਪਣੇ ਬੱਚਿਆਂ ਲਈ ਪਰਿਵਾਰ ਲਈ ਕਿੰਨੀ ਕਮਾਈ ਕੀਤੀ, ਪਰ ਪੈਂਦੀਆਂ ਅੰਤ ਨੂੰ ਫਿਰ ਗਾਲਾਂ ਹੀ ਹੈ। ਪੁੱਤ ਪੋਤਰੇ ਇਹੋ ਕਹਿੰਦੇ ਕੀ ਕੀਤਾ ਬਾਪੂ ਸਾਡੇ ਲਈ, ਸਾਡਾ ਕੀ ਬਣਾਇਆ ਹੀ। ਤੇ ਕਿਸੇ ਗਰੀਬ ਨੂੰ 10 ਰੁਪਈਏ ਦੇ ਦਿਓ, ਉਹਨੇ 2 ਕਿਲੋਮੀਟਰ ਤੱਕ ਤੇਰਾ ਭਲਾ ਹੋਵੇ, ਤੈਨੂੰ ਰੱਬ ਬਹੁਤਾ ਦੇਵੇ, ਤੇਰੀ ਵੱਡੀ ਵੱਡੀ ਉਮਰ ਹੋਵੇ, ਤੈਨੂੰ ਵੱਡੀਆਂ ਗੱਡੀਆਂ ਮਿਲਣ, ਤੈਨੂੰ ਰੱਬ ਟੋਕਰੇ ਭਰ ਕੇ ਸੁੱਖ। ਮੈਂ ਕਿਹਾ ਬਸ ਕਰ ਜਾ, ਜ਼ਿਆਦਾ ਹੋ ਗਿਆ, ਸੰਭਾਲਣਾ ਕਿੱਦਾਂ ਕੋ ਸਤਨਾਮ। ਇੱਕ 10 ਰੁਪਈਆਂ 'ਚ ਕਿੰਨੀਆਂ ਸੁੱਖਾਂ ਮੰਗਦਾ। ਤੇ ਜਿਨ੍ਹਾਂ ਨੂੰ 10 ਲੱਖ ਕਮਾ ਕੇ ਦਿੱਤਾ ਉਹ ਵੇਂਦੇ ਆ ਵੀ ਮਰਦਾ ਕਿਉਂ ਨਹੀਂ ਹੁਣ, ਵੀ ਮੰਜੀ ਕਿਉਂ ਮੱਲੀ ਬੈਠਾ, ਛੇਤੀ ਮਰੇ ਬਾਪੂ ਬੇਬੇ, ਘਰ ਵਿਹਲਾ ਹੋਵੇ, ਤੰਗ ਆਏ ਪਏ। ਇਹ ਬੀਬੀ ਵੇਂਦੀ ਖੌਰਾ ਜਿਹਾ। ਜਦੋਂ ਅਸੀਂ ਕਿਸੇ ਬੰਨੇ ਜਾਂਦੀਆਂ ਉਦੋਂ ਵੀ ਵੇਂਦੀ ਆਉਂਦੀਆਂ। ਇਹ ਹੁਣ ਨਾ ਹੀ ਦੱਸੇ, ਇਹ ਆਮ ਹੀ ਘਰਾਂ 'ਚ ਨਾ, ਕਿਉਂਕਿ ਬਜ਼ੁਰਗਾਂ ਨੂੰ ਆਦਤ ਹੁੰਦੀ ਪੁੱਤ ਕਿੱਥੋਂ ਆਏ, ਪੁੱਤ ਕਿੱਧਰ ਚੱਲੇ ਸਕੂਟਰੀ ਲੈ ਕੇ। ਉਹ ਚੀਜ਼ ਰੜਕਦੀ ਆ ਵੀ ਸਾਨੂੰ ਪੁੱਛਣ ਵਾਲਾ ਨਾ ਕੋਈ ਹੋਵੇ, ਬਸ ਇਹਨਾਂ ਦਾ ਮੰਜਾ ਸਾਫ਼ ਹੋਵੇ, ਚਿੱਟੀ ਚਾਦਰ ਵੇਖ ਜੇ ਕਿਤੇ। ਕਿਉਂਕਿ ਜਦੋਂ ਆਵਾਜ਼ ਮਾਰ ਕੇ ਵੱਡੇ ਆ ਨਾ, ਉਹਨਾਂ ਦਾ ਜੀ ਕਰ ਪੈਂਦਾ ਵੀ ਪੁੱਤ ਕਿੱਧਰ ਚੱਲੀਆਂ ਜੇ, ਜਾਂ ਪੁੱਤ ਕਿੱਧਰੋਂ ਆਇਆ ਤੂੰ ਅੱਧੀ ਰਾਤ, ਚੰਗਾ ਨਹੀਂ ਮਾਹੌਲ। ਤੇ ਉਦੋਂ ਜਦੋਂ ਆਹ ਸ਼ਬਦ ਵੱਡੇ ਕਹਿੰਦੇ ਉਦੋਂ ਜੀ ਕਰਦਾ ਵੀ ਇਹਨਾਂ ਦਾ ਗਲ ਘੁੱਟ ਦਈਏ, ਵੀ ਸਾਨੂੰ ਆਜ਼ਾਦੀ ਹੋਵੇ। ਅਸੀਂ ਜਦੋਂ ਆਈਏ ਤੇ ਜਦੋਂ ਜਾਈਏ ਤੇ ਜਿੱਥੇ ਮਰਜੀ ਬਹੀਏ ਤੇ ਜਿੱਥੇ ਮਰਜੀ ਖਾਈਏ। ਅੱਜ ਦੀ ਜਨਰੇਸ਼ਨ ਬੜੀ ਤੰਗ ਜੇ ਬਜ਼ੁਰਗਾਂ ਤੋਂ। ਤੂੰ ਮਹਾਰਾਜ ਕਿਰਪਾ ਕਰੇ, ਇਹ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ। ਅੱਜ ਤੇ ਗੁੱਸਾ ਲੱਗਦਾ ਨਾ, ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਅੰਤ ਨੂੰ ਕੰਮ ਵੀ ਆਉਣਾ ਹੀ ਹੈ। ਵੱਡਿਆਂ ਦੀਆਂ ਗੱਲਾਂ ਬਾਅਦ 'ਚ ਚੇਤੇ ਆਉਂਦੀਆਂ ਜਦੋਂ ਜ਼ਿੰਮੇਵਾਰੀ ਪੈ ਜੇ। ਤੋ ਇਸ ਕਰਕੇ ਸਾਧ ਸੰਗਤ ਜੀ, ਮੇਰੇ ਨਾਨਕ ਪਾਤਸ਼ਾਹ ਮਹਾਰਾਜ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਚਾਰੇ ਪਾਸੇ ਧੰਨ ਹੀ ਧੰਨ ਵਰਤ ਰਿਹਾ ਹੈ। ਔਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਇੱਕ ਸੁੰਦਰ ਵੇਲ ਫੈਲ ਜਾਂਦੀ ਹੈ, ਬਹੁਤ ਸਾਰਾ ਉਹਦੇ ਤੇ ਮਹਿਕ ਦਾ ਭੰਡਾਰਾ ਹੈ, ਇਸ ਤਰ੍ਹਾਂ ਮੇਰੇ ਨਾਨਕ ਦਾ ਚਾਰੇ ਪਾਸੇ ਜਸ ਮਹਿਕਾਂ ਵੰਡਦਾ ਹੈ। ਕਹਿੰਦੇ ਜਿੱਦਾਂ ਕਲਪ੍ਰਿਤ ਬ੍ਰਿਸ਼, ਬਹੁਤ ਵਡਿਆਈ ਹੈ ਉਹਨੂੰ ਵੇਦਾਂ ਦੇ ਵਿੱਚ ਦਿੱਤੀ ਕਿ ਉਹ ਸਵਰਗ ਦਾ ਫਲ ਹੈ, ਦਰਖਤ ਹੈ। ਔਰ ਉਹਦੇ ਥੱਲੇ ਜੋ ਵੀ ਕੋਈ ਮੰਗਦਾ ਉਹਦੀ ਝੋਲੀ 'ਚ। ਕਵੀ ਰਾਜ ਜੀ ਕਹਿੰਦੇ ਏਦਾਂ ਲੱਗਦਾ ਜਿਵੇਂ ਸੁਲਤਾਨਪੁਰ ਲੋਧੀ 'ਚ ਕਲਪ੍ਰਿਤ ਬ੍ਰਿਸ਼ ਉੱਗ ਪਿਆ ਹੋਵੇ, ਵੀ ਜਿਹੜਾ ਵੀ ਗੁਰੂ ਨਾਨਕ ਦੇ ਹੱਟ ਤੇ ਆਉਂਦਾ ਏ ਝੋਲੀਆਂ ਭਰ ਕੇ ਲੈ ਜਾਂਦਾ ਹੈ। ਔਰ ਕਹਿੰਦੇ ਹਨ ਕਿ ਜਿਤਨੇ ਵੀ ਪੀਰ ਫਕੀਰ ਮਹਾਂਪੁਰਖ ਬਲੀ ਜੋਗੀ ਜਤੀ
ਸਾਰੇ ਹੀ ਤਪਸਵੀ ਆਪਣੇ ਆਸਣ ਛੱਡ ਕੇ ਗੁਰੂ ਨਾਨਕ ਦੇ ਦੀਦਾਰ ਕਰਨ ਆਏ ਹਨ। ਗੁਰੂ ਮਹਾਰਾਜ ਨਾਲ ਪ੍ਰੇਮ ਕਰਨ ਆਏ ਹਨ, ਕਿਉਂਕਿ ਜਿਹੜਾ ਬੰਦਗੀ ਕਰਦਾ ਉਹਨੂੰ ਬੰਦਗੀ ਵਾਲਾ ਸੋਹਣਾ ਲੱਗਦਾ। ਬਾਣੀ 'ਚ ਵੀ ਆਉਂਦਾ, ਉੜਤੇ ਕੋ ਉੜਤਾ ਮਿਲੇ, ਜੀਵਤੇ ਕੋ ਜਿਉਂਦਿਆਂ ਨੂੰ ਜਿਉਂਦੇ ਮਿਲਦੇ, ਮਰਿਆਂ ਨੂੰ ਮਰੇ, ਪੰਛੀਆਂ ਨੂੰ ਪੰਛੀ, ਮਨੁੱਖਾਂ ਨੂੰ ਮਨੁੱਖ, ਕੰਜਰਾਂ ਨੂੰ ਕੰਜਰ ਅਤੇ ਗੁਰਮੁਖਾਂ ਨੂੰ ਗੁਰਮੁਖ। ਕਿਉਂਕਿ ਜਿੱਥੇ ਕਿਸੇ ਦੀ ਗੱਲ ਬਣਦੀ ਉਹਨੇ ਉੱਥੇ ਆਉਣਾ। ਇਸ ਕਰਕੇ ਪੀਣ ਵਾਲਾ ਠੇਕੇ ਤੇ ਜਾਊਗਾ, ਜਿਹਨੇ ਰਸ ਪੀਣਾ ਬਾਣੀ ਦਾ ਗੁਰਦੁਆਰੇ ਆਊਗਾ। ਸੜਕ ਇੱਕੋ ਹੀ ਹੈ, ਚੌਂਕ ਇੱਕੋ ਹੀ ਹੈ। ਉਸ ਚੌਂਕ ਤੋਂ ਇੱਕ ਰਾਹ ਨਿਕਲਦਾ ਹੈ ਪੈਲਸ ਵੱਲ ਨੂੰ, ਇੱਕ ਰਾਹ ਨਿਕਲਦਾ ਹੈ ਬਾਜ਼ਾਰ ਵੱਲ ਨੂੰ, ਇੱਕ ਰਾਹ ਠੇਕੇ ਵੱਲ ਨੂੰ ਜਾਂਦਾ, ਇੱਕ ਰਾਹ ਜੂਏ ਵੱਲ ਨੂੰ ਜਾਂਦਾ, ਤੇ ਇੱਕ ਰਾਹ ਗੁਰਦੁਆਰੇ ਨੂੰ। ਹੁਣ ਉਹ ਆਪਣੇ ਆਪ ਤੇ ਹੈ ਵੀ ਇਸ ਰਾਹ 'ਚੋਂ ਕਿੱਧਰ ਨੂੰ ਤੁਰਨਾ ਹੈ। ਤੇ ਇੱਕ ਸਾਖੀ ਵੀ ਆਉਂਦੀ ਹੈ ਕਿ ਇੱਕ ਸਿੱਖ ਰੋਜ਼ ਗੁਰਦੁਆਰੇ ਜਾਵੇ ਤੇ ਉਹ ਘਰੋਂ 2 ਜਾਣੇ ਆਉਂਦੇ ਸੀ, ਤੇ ਇੱਕ ਨਾਲ ਦਾ ਵੇਸਵਾ ਦੇ ਵਿਹੜੇ ਚਲ ਜਾਂਦਾ ਸੀ। ਇੱਕ ਦਿਨ ਉਹਨੇ ਕਿਹਾ ਵੀ ਤੂੰ ਰੋਜ਼ ਜਾਣਾ, ਅੱਜ ਬਾਬੇ ਨਾਨਕ ਕੋ ਚਲੀਏ। ਮਹਾਰਾਜ ਬਾਗ 'ਚ ਬੈਠੇ ਸੀ ਕਿਤੇ, ਤੋ ਇਹ ਸਾਖੀ ਕਈ ਮਹਾਂਪੁਰਖਾਂ ਨਾਲ ਵੀ ਲਾਉਂਦੇ, ਆਪਾਂ ਸਿੱਖਿਆ ਲੈਣੀ, ਆਪਾਂ ਇਸ ਚੀਜ਼ 'ਚੋਂ ਕੀ ਲੈਣਾ। ਤੋ ਕਹਿੰਦੇ ਹਨ ਕਿ ਉਹ ਜਿਹੜਾ ਰੋਜ਼ ਵੇਸਵਾ ਕੋ ਪੀ ਕੇ ਸ਼ਰਾਬ ਨੱਚਦਾ ਸੀ, ਉਹਨੇ ਅੱਜ ਮਨ ਬਣਾਇਆ, ਕਹਿੰਦੇ ਚੱਲ ਅੱਜ ਬਾਬੇ ਦੇ ਘਰ ਚੱਲਦੇ। ਤੇ ਉਹ ਨਾਲ ਤੁਰਿਆ ਆਉਂਦਾ, ਜਿਹੜਾ ਰੋਜ਼ ਆਉਂਦਾ ਸੀ ਨਾ, ਉਹਦੇ ਪੈਰ ਦੇ ਵਿੱਚ ਸੂਲ ਵੱਜੀ। ਉਹ ਜਿਹੜਾ ਨਾਲ ਆਇਆ ਸੀ ਉਹਨੂੰ ਕਹਿੰਦਾ ਕੱਢੀ। ਜਦੋਂ ਉਹ ਸੂਲ ਕੱਢਣ ਲੱਗਾ ਤੇ ਉਹਨੂੰ ਸੋਨੇ ਦੀ ਮੋਹਰ ਲੱਭੀ। ਮੋਹਰ ਲੱਭੀ ਤੇ ਬੜਾ ਖੁਸ਼ ਹੋਇਆ। ਤੇ ਉਹ ਜਿਹੜਾ ਸਿੱਖ ਰੋਜ਼ ਸੀ ਉਹ ਕਹਿੰਦਾ, ਵਾਹ ਬਾਬਾ, ਮੈਂ ਇੰਨੇ ਚਿਰ ਤੋਂ ਆਉਂਦਿਆਂ ਤੇ ਮੇਰੇ ਪੈਰ 'ਚ ਲਹੂ, ਤੇ ਜਿਹੜਾ ਪਹਿਲੇ ਦਿਨ ਆਇਆ ਤੇ ਪਹਿਲੇ ਦਿਨ ਹੀ ਮੋਹਰਾਂ। ਇਹਦਾ ਮਤਲਬ ਹੈ ਵੀ ਤੂੰ ਵੀ ਮਾੜਿਆਂ ਦਾ ਹੀ ਹੈ, ਚੰਗੇ ਦਾ ਤੂੰ ਵੀ ਨਹੀਂ ਹੈ। ਜਿੱਦਾਂ ਆਪਾਂ ਕਈ ਵਾਰੀ ਕਹਿ ਦਿੰਦੇ ਨਾ, ਰੱਬ ਵੀ ਤਕੜੇ ਦਾ, ਰੱਬ ਵੀ ਜ਼ੋਰ ਵਾਲੇ ਦਾ। ਕਈ ਤੇ ਇੱਥੋਂ ਤੱਕ ਵੀ ਕਹਿੰਦੇ, ਮੇਰੇ ਪਾਤਸ਼ਾਹ ਮਾਫ ਕਰਨ, ਕਹਿੰਦੇ ਰੱਬ ਵੀ ਛਿੱਤਰ ਵਾਲੇ ਦਾ। ਇਹ ਸ਼ਬਦ ਵੀ ਪਿੰਡਾਂ 'ਚ ਲੋਕੀ ਵਰਤਦੇ, ਪਰ ਨਹੀਂ, ਰੱਬ ਵੱਡੇ ਦਾ ਨਹੀਂ, ਰੱਬ ਵੱਡੇ ਬਣਾਉਣ ਵਾਲਾ ਏ। ਰੱਬ ਦਾ ਛਿੱਤਰ ਜਿੱਡਾ ਵੱਡਾ ਉਹਦਾ ਤੇ ਕਿਸੇ ਦਾ ਨਹੀਂ, ਪਰ ਇਹਨਾਂ ਵੀ ਜਦੋਂ ਮਾਰਦਾ ਉਹਦੀ ਆਵਾਜ਼ ਨਹੀਂ ਆਉਂਦੀ, ਪਰ ਬਾਜ਼ੀਆਂ ਵੱਡੀਆਂ ਲਵਾਉਂਦਾ ਜਿਨ੍ਹਾਂ ਦੇ ਵੱਜ ਜਾਂਦਾ। ਨਾ ਉਹ ਦੀਦਾ ਹੀ ਹੈ ਰੱਬ ਦਾ ਛਿੱਤਰ, ਤੇ ਵੱਜਦੇ ਦੀ ਆਵਾਜ਼ ਨਹੀਂ ਆਉਂਦੀ, ਤੇ ਮਾਰ ਦਿੰਦਾ ਉਹ ਜੇ ਕਿਤੇ ਜ਼ਿਆਦਾ ਛੇਤੀ ਕਿਤੇ ਨਹੀਂ ਮਾਰਦਾ, ਵੈਸੇ ਉਹਦਾ ਹਿਰਦਾ ਵੱਡਾ ਏ। ਤੇ ਉਹ ਕਹਿੰਦੇ, ਬਾਬਾ ਗੱਲ ਦੱਸ ਵੀ ਮੈਂ ਰੋਜ਼ ਕਥਾ ਕੀਰਤਨ ਸੁਣਦਾ ਤੇ ਮੇਰੇ ਪੈਰ 'ਚ ਸੂਲ ਲੰਘੀ, ਤੇ ਆਹ ਪਹਿਲੇ ਦਿਨ ਹੀ ਆਇਆ ਪ੍ਰੋਗਰਾਮ ਮਾੜੇ ਕਰਦਾ। ਪਾਤਸ਼ਾਹ ਕਹਿੰਦੇ, ਬੇਟਾ ਇਹਨੇ ਨਾ ਦਾਨ ਕੀਤਾ ਸੀ, ਕੋਈ ਦਾਨ ਇਹਨੇ ਕੀਤਾ, ਇਹਨੂੰ ਸੋਨੇ ਦੀਆਂ ਭਰੀਆਂ ਮੋਹਰਾਂ ਦੀ ਗਾਗਰ ਲੱਭਣੀ ਸੀ, ਤੇ ਪੁੱਠੇ ਬੰਨੇ ਜਾ ਜਾ ਕੇ ਸਾਰੀਆਂ ਮੋਹਰਾਂ ਕੋਲੇ ਬਣ ਗਈਆਂ, ਤੇ ਇੱਕੋ ਹੀ ਬਚੀ ਸੀ। ਅੱਜ ਉਹ ਜਿਹੜੀ ਇਹ ਬਚੀ ਸੀ ਉਹ ਇਹਨੂੰ ਦੇਤੀ ਹੈ। ਤੇ ਕਹਿੰਦੇ ਮੇਰੀ ਸੂਲ ਦਾ ਕੀ? ਕਹਿੰਦੇ ਤੇਰੀ ਸੂਲ ਬੇਟਾ, ਤੈਨੂੰ ਸੂਲੀ ਦੀ ਸਜ਼ਾ ਹੋਣੀ ਸੀ। ਕਈ ਵਾਰੀ ਕੇਸ ਇੱਦਾਂ ਦਾ ਪੈਂਦਾ, ਨਿਬੜਦਾ ਨਹੀਂ। ਕਈ ਵਾਰੀ ਆਪਾਂ ਤੁਸੀਂ ਰੋਜ਼ ਆਉਣੇ ਨਾ, ਪਰਖ ਵੀ ਲੈ ਜਾਂਦੇ ਗੁਰੂ ਸਾਹਿਬ। ਮੰਨ ਲਓ ਆਪਣੇ ਘਰ 'ਚ ਬੱਚਿਆਂ ਤੇ ਜਾਂ ਕੋਈ ਇੱਦਾਂ ਦਾ ਕਸ਼ਟ ਪਵੇ, ਆਮ ਹੀ ਲੋਕੀ ਕਹਿੰਦੇ ਲੈ ਬੜੇ ਗੁਰਦੁਆਰੇ ਜਾਂਦੇ, ਬੜੀ ਹੁਣ ਭੱਜੋ। ਕਦੇ ਗੁਰੂ ਤੇ ਸ਼ੱਕ ਨਾ ਕਰਿਓ, ਪਤਾ ਨਹੀਂ ਕਿੱਡਾ ਕੁ ਕਸ਼ਟ ਉਹਨੇ ਥੋੜੇ 'ਚ ਲਿਆ ਕੇ ਨਿਭਾਉਣਾ। ਉਹ ਕਹਿੰਦੇ ਪਿਆਰਿਆ ਰੋ ਨਾ, ਤੈਨੂੰ ਸੂਲੀ ਦੀ ਸਜ਼ਾ ਹੋਣੀ ਸੀ। ਆ ਸੰਗਤ ਤੇ ਸ਼ੁਕਰ ਕਰਿਆ ਕਰ, ਤੂੰ ਰੋਜ਼ ਸੰਗਤ ਵਿੱਚ ਆਉਣਾ, ਤੇਰੀ ਸੂਲੀ ਸੂਲ ਦੇ ਨਾਲ ਹੀ ਕੱਟ ਦਿੱਤੀ ਹੈ। ਇਸ ਕਰਕੇ ਮਾਰੇ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ। ਜਿਹੜਾ ਸੰਗਤ ਕਰਦਾ ਉਹਨੂੰ ਕਿਤੇ ਦੁੱਖ ਵੀ ਆਉਂਦਾ ਤੇ ਸਮਝੋ ਗਿਫਟ ਹੀ ਹੈ, ਰੱਬ ਦਾ ਕੋਈ ਤੋਹਫਾ ਹੀ ਹੈ ਇਸ ਦੁੱਖ ਦੇ ਪਿੱਛੇ। ਔਰ ਕਹਿੰਦੇ ਇਸ ਤਰ੍ਹਾਂ ਫਿਰ ਕਾਫੀ ਸਮਾਂ ਬੀਤ ਗਿਆ। ਬੜੇ ਪ੍ਰੇਮ ਦੇ ਨਾਲ ਬਾਬਾ ਨਾਨਕ ਜੀ ਫਕੀਰਾਂ ਮੰਗਤਿਆਂ ਦੀਆਂ ਝੋਲੀਆਂ ਭਰਦੇ ਐ, ਹਰ ਇੱਕ ਨੂੰ ਗੱਲ ਨਾਲ ਲਾਉਂਦੇ ਐ, ਆਪਣੇ ਘਰੋਂ ਰਹਿਮਤ ਦਾ ਮੀਂਹ ਪਾਉਂਦੇ ਆ। ਕਹਿੰਦੇ ਫਿਰ ਇੱਕ ਚੁਗਲ ਨੇ ਇਹ ਸਾਰਾ ਕੁਝ ਇੱਕ ਡੈਰੀ ਤੇ ਤਿਆਰ ਕਰ ਲਿਆ, ਮਨ ਦੀ ਡੈਰੀ ਤੇ। ਹਾਂਜੀ ਔਰ ਕਹਿੰਦੇ ਭਾਈ ਅਜੈ ਰਾਮ ਜੀ ਨੂੰ ਕੋਲ ਬਿਠਾ ਕੇ ਇਸ ਚੁਗਲ ਨੇ ਪਾਸੇ ਕਰਕੇ ਤੇ ਚੁਗਲੀ ਕੀਤੀ, ਕਿਉਂਕਿ ਚੁਗਲੀਓਂ ਕਦੇ ਨਹੀਂ ਬਾਜ ਆਉਂਦਾ। ਤੇ ਗੱਲ ਕੋਠੇ ਕੱਚੇ ਨੂੰ ਜੇਕਰ ਲਿੰਬੀਏ ਨਾ ਤੇ ਢਹਿੰਦਿਆਂ
ਕਹਿ ਜਨ ਹੋਰ ਉਸੇ ਮਿੱਤਰ ਨੂੰ ਜੇ ਮਨਾਈਏ ਨਾ ਦੂਰ ਹੁੰਦਿਆਂ ਹੋ ਜਾਂਦਾ। ਇਸ ਕਰਕੇ ਸਾਧ ਸੰਗਤ ਜੀ ਕੋਈ ਟੁੱਟਾ ਗੁਰੂ ਤੋਂ ਮਨਾ ਲਓ, ਘਰੇ ਜਾ ਕੇ ਸੱਦ ਲਿਆਓ ਵੀ ਆ ਜਾ ਭਰਾਵਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਚੁਗਲੀ ਚੁਗਲ ਨੇ ਭਾਈਆ ਜੈ ਰਾਮ ਕੁਲ ਕੀਤੀ, ਬਹੁਤ ਵੱਡੀ ਸਾਰੀ ਗੱਲ ਬਣਾ ਕੇ। ਆਕਲ ਛੰਦ ਤੈ ਸੁੰਦਰ ਤੁਮ ਸਮਝਾਓ, ਧਨ ਬਿਰਥਾ ਨਾਹੇ ਲਟਾਓ। ਕਹਿੰਦੇ ਭਾਈਆ ਜੈ ਰਾਮ ਜੀ ਤੇਰੀ ਇੱਜ਼ਤ ਬਣੀ, ਇਲਾਕਾ ਤੈਨੂੰ ਸਤਿਕਾਰ ਦਿੰਦਾ ਏ ਤੇ ਤੇਰੀ ਪਤਨੀ ਦਾ ਵੀ ਮਾਣ ਹੈ, ਬੇਬੇ ਨਾਨਕੀ ਦਾ। ਪਰ ਆ ਜਿਹੜਾ ਤੇਰਾ ਜਜਮਾਨ ਆਇਆ ਨਾ, ਇਹਦੇ ਬਹੁਤੇ ਸੋਹਣੇ ਕੋਈ ਲੱਛਣ ਨਹੀਂ ਹੈ। ਜਿੱਦਾਂ ਇਹ ਕਰਨ ਦਿਆ ਨਾ ਮੋਦੀ ਖਾਨੇ 'ਚ ਗੱਲਾਂ ਸਾਰੀਆਂ ਦੌਲਤ ਖਾਂ ਕੋ ਪਹੁੰਚਣ ਦਈਆਂ ਈ, ਪਰ ਤੇਰੇ ਨਾਲ ਮੇਰਾ ਪਿਆਰ ਹੈ, ਤੈਨੂੰ ਮੈਂ ਪਹਿਲਾਂ ਹੀ ਸਮਝਾਉਣ ਦਿੰਦਾ ਹਾਂ। ਔਰ ਕਹਿੰਦੇ ਇਸ ਕਰਕੇ ਭਾਈ ਤੇਰਾ ਮੇਰੇ ਨਾਲ ਪ੍ਰੇਮ ਹੈ ਤੇ ਮੈਂ ਆਪਣਾ ਕਰਕੇ ਤੈਨੂੰ ਇਹ ਬਚਨ ਦੱਸਦਾ ਵੀ ਇਹਨੂੰ ਸਮਝਾ ਲਓ, ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਇਹਦੀ ਨੌਕਰੀ ਤੇ ਸਾਰਾ ਮਾਣ ਸਤਿਕਾਰ ਚਲਾ। ਇਹਨਾਂ ਲੋਕਾਂ ਨੂੰ ਕੀ ਪਤਾ ਹੋਏ ਤੁਸੀਂ ਰੱਬ ਦੀ ਚੁਗਲੀ ਕਰਦੇ, ਉਹ ਨੌਕਰੀ ਕਰਨ ਨਹੀਂ ਆਇਆ, ਉਹ ਤਾਂ ਦੁਨੀਆ ਨੂੰ ਤਾਰਨ ਆਇਆ ਸੀ, ਨਾ ਜੋੜਨ ਨਹੀਂ ਆਇਆ ਸੀ, ਉਹ ਤਾਂ ਵੰਡਣ ਆਇਆ। ਤੇ ਰੱਬ ਦੀ ਚੁਗਲੀ ਕੌਣ ਕਰ ਲੇਗਾ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਤਾਂ ਖੁਦਾ ਸੀ, ਰੱਬ ਸੀ, ਉਹਨੂੰ ਤਾਂ ਪਰਵਾਹ ਕੋਈ ਨਹੀਂ ਕਿਸੇ ਦੀ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ। ਗੁਰੂ ਰਾਮਦਾਸ ਚੌਥੇ ਨਾਨਕ ਦੇ ਬੋਲ ਹੈ ਬਾਣੀ ਦੇ, ਕਹਿੰਦੇ ਜੇ ਤੇਰੀ ਕੋਈ ਨਿੰਦਿਆ ਵੀ ਕਰਦਾ, ਤੈਨੂੰ ਮਾੜਾ ਬੋਲਦਾ, ਤੇ ਉਹਦੀ ਸੁਣਿਆ ਨਾ ਕਰ, ਆਪਣਾ ਚੁੱਪ ਕਰਕੇ ਆਨੰਦ ਲਿਆ ਕਰ। ਔਰ ਕਹਿੰਦੇ ਫਿਰ ਕਵੀ ਜੀ ਨੇ ਗੁਰੂ ਅੰਗਦ ਸਾਹਿਬ ਦਾ ਜ਼ਿਕਰ ਕੀਤਾ। ਕਹਿੰਦੇ ਕਥਾ ਗੁਰੂ ਅੰਗਦ ਸਾਹਿਬ ਜੀ ਸੁਣ ਰਹੇ, ਜਿੱਦਾਂ ਤੁਸੀਂ ਭਾਈ ਪਾਰੋ ਜੀ, ਪਰਮਹੰਸ, ਭਾਈ ਜੀਵਾ ਜੀ, ਢਿੰਗਾ ਨਾਈ ਜੀ, ਗੁਰੂ ਅਮਰਦਾਸ ਜੀ, ਸਾਰੇ ਕਥਾ ਸੁਣ ਰਹੇ ਆ ਜਿਹੜੀ ਖਡੂਰ ਸਾਹਿਬ। ਤੇ ਫਿਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਲਾ ਜੀ ਬੜਾ ਰਸ ਆ ਰਿਹਾ ਹੈ। ਜਿੱਦਾਂ ਆਪਾਂ ਕਹਿੰਦੇ ਨਾ ਕਈ ਸੰਗਤਾਂ ਵੀ ਟਾਈਮ ਵਿੱਚੋਂ ਕਿਤੇ ਨਹੀਂ ਲੱਗਦਾ, ਪਰ ਮਨ ਹੁੰਦਾ ਵੀ ਅੱਜ ਕਥਾ ਸਾਨੂੰ ਸੁਣਨ ਨੂੰ ਨਹੀਂ ਮਿਲਣੀ, ਰਸ ਆਉਂਦਾ। ਤੇ ਕਹਿੰਦੇ ਇੱਥੇ ਕਹਿੰਦੇ ਗੁਰੂ ਅੰਗਦ ਸਾਹਿਬ ਵੀ ਕਹਿ ਰਹੇ ਬਾਲਾ ਜੀ ਬੜਾ ਰਸ ਆਇਆ ਕਥਾ ਵਿੱਚ, ਤੂੰ ਧੰਨ ਹੈ ਬਾਲਿਆ ਜਿੰਨੇ ਮੇਰੇ ਨਾਨਕ ਦੀ ਇੰਨੀ ਸੋਹਣੀ ਕਥਾ ਸੁਣਾਈ। ਮੈਂ ਕੀ ਦੇ ਸਕਦਾ ਤੈਨੂੰ ਬਾਲਾ, ਤੇਰੀ ਤਾਂ ਸੋਭਾ ਬਹੁਤ ਵੱਡੀ ਹੈ। ਗੁਰੂ ਅੰਗਦ ਸੁਣੀਏ ਬੈਨਾ ਹੋ ਭਾਖਿਓ ਸੁਨੋ ਸੁਖੈਨਾ। ਔਰ ਇਸ ਤਰ੍ਹਾਂ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਹੋਰ ਕਥਾ ਬੜੀ ਪਿਆਰੀ ਹੈ, ਅੱਗੇ ਬੜੇ ਪ੍ਰੇਮ ਵਾਲੀ ਕਥਾ ਹੈ। ਸੋ ਸਾਧ ਸੰਗਤ ਜੀ ਅੱਗੇ ਕੱਲ ਨੂੰ ਚੱਲਾਂਗੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਸੁਣਾਈ ਜਾ। ਭਾਈ ਬਾਲਾ ਜੀ ਕਹਿੰਦੇ ਹੁਣ ਮੈਂ ਥੱਕ ਗਿਆ ਹਾਂ, ਹਨੇਰਾ ਹੋ ਗਿਆ ਹੈ, ਹੁਣ ਪ੍ਰਸ਼ਾਦਾ ਪਾਣੀ ਛਕ ਲੈਣ ਦਿਓ। ਇਤਿਹਾਸ ਕਹਿੰਦਾ ਗੁਰੂ ਅੰਗਦ ਸਾਹਿਬ ਮਹਾਰਾਜ ਕਈ ਵਾਰੀ ਕਥਾ ਸੁਣਦੇ ਸੁਣਦੇ ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ, 2-2 ਦਿਨ ਬੈਠੇ ਹੀ ਰਹਿੰਦੇ ਸੀ। 3-3 ਰਾਤਾਂ ਮਹਾਰਾਜ ਜੀ ਇੱਦਾਂ ਹੀ ਇੱਕ ਚੌਂਕੜੇ 'ਚ ਹੀ ਗੁਜ਼ਾਰ ਦਿੰਦੇ ਸੀ। ਇੰਨਾ ਰਸ ਗੁਰੂ ਸਾਹਿਬ ਦੀ ਕਥਾ ਨੂੰ ਕਰਦੇ ਸੀ, ਕਿਉਂਕਿ ਕਥਾ ਬਾਬੇ ਨਾਨਕ ਦੀ ਹੋ ਰਹੀ ਹੈ। ਤੁਸੀਂ ਸਾਰੇ ਕਰਮਾਂ ਵਾਲੇ ਹੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਣੀ ਅਰਦਾਸ ਸੁਆਮੀ ਮੇਰਾ, ਸੁਣੀ ਅਰਦਾਸ ਸੁਆਮੀ ਮੇਰਾ, ਸੁਆਮੀ ਮੇਰਾ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ, ਸਰਬ ਕਲਾ ਬਣਾਈ, ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ, ਪਈ ਸਗਲੇ ਜੁਗ ਅੰਤਰ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।